ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋ ਗਏ ਜੀ। ਮੈਂ ਹਰਜੀਤ ਸਿੰਘ ਗਿੱਲ ਟੋਰਾਂਟੋ ਸਟੂਡੀਓ ਤੋਂ, ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਜਰਨਲਿਸਟ ਸੁਸ਼ੀਲ ਦਸਾਂਝ ਜੀ। ਉਹਨਾਂ ਨਾਲ ਕਰਦੇ ਆ ਦੁਨੀਆ 'ਚ ਅੱਜ ਦੇ ਦਿਨ ਕੀ ਚੱਲ ਰਿਹਾ ਉਹਦੇ ਤੇ ਕੁਝ ਗੱਲਾਂ ਬਾਤਾਂ। ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਹੈ ਜੀ। ਹਰਜੀਤ ਗਿੱਲ ਜੀ, ਜਿਉਂ-ਜਿਉਂ ਦਿਨ ਬੀਤ ਰਹੇ ਆ ਯੂਕਰੇਨ ਰੂਸ ਯੁੱਧ ਦੀ ਆਪਾਂ ਪਹਿਲਾਂ ਗੱਲ ਕਰ ਲਈਏ, ਉਹਦੇ ਬਾਰੇ ਰੋਜ਼ ਖਬਰਾਂ ਆਉਂਦੀਆਂ ਨੇ ਕਿ ਬੜਾ ਭਾਰੀ ਜਾਨੀ ਨੁਕਸਾਨ ਹੋ ਰਿਹਾ ਵਾ ਤੇ ਕਰੀਬ ਦੇ ਕਰੀਬ 12 ਲੱਖ ਲੋਕ ਬੇਘਰ ਹੋ ਕੇ ਯੂਕਰੇਨ ਛੱਡ ਕੇ ਨਾਲ ਦੇ ਮੁਲਕਾਂ 'ਚ ਸ਼ਰਨ ਲੈਣ ਲਈ ਮਜਬੂਰ ਹੋਏ ਨੇ। ਦੂਜੇ ਪਾਸੇ ਲੜਾਈ ਦੀ ਰਫ਼ਤਾਰ ਜਿਹੜੀ ਆ ਉਹ ਮੱਧਮ ਪੈਣ ਦੀ ਜਗ੍ਹਾ ਵੱਧਦੀ ਨਜ਼ਰ ਆਉਂਦੀ ਆ। ਕਿਤੇ ਕਿਤੇ ਮੈਨੂੰ ਇਦਾਂ ਲੱਗਦਾ ਹੈ ਕਿ ਪੁੱਤਰਾਂ ਦਾ ਕੋਈ ਨਿਸ਼ਾਨਾ ਗੋਲ ਬਹੁਤ ਵੱਡਾ। ਹੁਣ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਨਾਲ ਲੱਗਵੇਂ ਮੁਲਕ ਹੈ ਉਹਨਾਂ ਤੱਕ ਵੀ ਇਹ ਲੜਾਈ ਫੈਲ ਸਕਦੀ ਆ। ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਮੁੜ ਕੇ ਜੋ ਬਾਈਡਨ ਹਰਾਂ ਕੋਲੋਂ ਮਦਦ ਮੰਗੀ ਆ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਲੜਾਈ ਜਿਹੜੀ ਆ ਇਹ ਯੂਕਰੇਨ ਤੱਕ ਸੀਮਤ ਨਹੀਂ ਰਹਿਣੀ। ਤੇ ਅੱਜ ਦੋ ਵੱਡੀਆਂ ਖਬਰਾਂ ਯੂਕਰੇਨ ਲੜਾਈ ਦੇ ਸੰਬੰਧ 'ਚ ਨਜ਼ਰ ਆ ਰਹੀਆਂ ਨੇ। ਇੱਕ ਤਾਂ ਇਹ ਕਿ ਰਸ਼ੀਆ ਦਾ ਜਿਹੜਾ ਆਇਲ ਆ ਉਹਨੂੰ ਅਮਰੀਕਾ ਨੇ ਕਿਤੇ ਨਾ ਕਿਤੇ ਬੈਨ ਕੀਤਾ। ਕਿਹਾ ਜਾਂਦਾ ਹੈ ਕਿ ਅਮਰੀਕਾ ਕੋਲ ਬਹੁਤ ਸਾਰੇ ਰਿਜ਼ਰਵ ਨੇ ਆਇਲ ਦੇ, ਪਰ ਨਾਲ ਦੀ ਨਾਲ ਇਹ ਵੇਖਣ 'ਚ ਆ ਰਿਹਾ ਹੈ, ਸਾਡੇ ਇੱਥੇ ਹੀ ਕੈਨੇਡਾ 'ਚ ਵੇਖਦੇ ਹਾਂ ਕਿ ਆਲਮੋਸਟ ਡਬਲ ਦੇ ਕਰੀਬ ਜਿਹੜਾ ਗੈਸ ਦੀ ਕੀਮਤ, ਪੈਟਰੋਲ ਦੀ ਕੀਮਤ ਹੈ ਉਹ ਹੋ ਗਈ ਆ। ਮਹਿੰਗਾਈ ਸਾਨੂੰ ਹਰ ਥਾਂ ਨਜ਼ਰ ਆਉਂਦੀ ਆ। ਜਦੋਂ ਅਸੀਂ ਗਰੋਸਰੀ ਕਰਨ ਜਾਂਦੇ ਆ ਤੇ ਜਿਹੜੀ ਚੀਜ਼ ਅਜੇ 2 ਹਫ਼ਤੇ ਪਹਿਲਾਂ $5 ਦੀ ਸੀ ਹੁਣ ਉਹ $9 $10 ਲਾਗੇ ਪਹੁੰਚ ਗਈ। ਮਹਿੰਗਾਈ ਤੇ ਵੈਸੇ ਖੈਰ ਪਹਿਲਾਂ ਵੀ ਵੱਧ ਰਹੀ ਸੀ, ਪਰ ਯੂਕਰੇਨ ਰਸ਼ੀਆ ਯੁੱਧ ਨੇ ਆਮ ਲੋਕਾਂ ਨੂੰ ਇੱਕ ਵਾਰੀ ਫੇਰ ਜਿਹੜਾ ਆ ਉਹ ਮੁਸ਼ਕਲ ਦੇ ਵਿੱਚ ਖੜਾ ਕਰ ਦਿੱਤਾ। ਨਾ ਸਿਰਫ ਇੱਥੇ ਜਾਨਾਂ ਜਾ ਰਹੀਆਂ ਨੇ, ਜਿਹੜਾ ਬਹੁਤ ਭਾਰੀ ਨੁਕਸਾਨ ਆ, ਜਿਹੜੀ ਦੁਨੀਆ ਦੂਰ ਦੂਰ ਬੈਠੇ ਤਮਾਸ਼ਬੀਨ ਵੀ ਬਣੇ ਬੈਠੇ ਆ ਉਹਨਾਂ ਮੁਲਕਾਂ ਦੀ ਆਰਥਿਕਤਾ ਦੇ ਉੱਤੇ ਬੜਾ ਭਾਰਾ ਜਿਹੜਾ ਵਾ ਨੁਕਸਾਨ ਨਜ਼ਰ ਆ ਰਿਹਾ। ਤੇ ਭਾਰਤ ਜਿਹੜਾ ਇਹ ਤੋਂ ਛੂਤਾ ਨਹੀਂ ਰਹਿ ਸਕਦਾ। ਚਾਹੇ ਕਹਿਣ ਨੂੰ ਆਪਾਂ ਜੋ ਮਰਜ਼ੀ ਕਹਿ ਰਹੀਏ ਕਿ ਅਸੀਂ ਬੜੀ ਦੂਰ ਬੈਠੇ ਆ, ਤੇ ਭਾਰਤ ਦੀ ਨਿਰਭਰਤਾ ਜਿਹੜੀ ਆ ਉਹ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਵਿਦੇਸ਼ਾਂ ਤੇ ਹੈ, ਖਾਸ ਕਰਕੇ ਜਿਹੜੇ ਊਰਜਾ ਦੇ ਸਰੋਤ ਨੇ ਸਾਡੇ ਉਹਨਾਂ ਦੀ, ਆਇਲ ਦੀ ਔਰ ਚੀਜ਼ਾਂ ਦੀ। ਤੇ ਭਾਰਤ ਵਿੱਚ ਵੀ ਕਿਉਂਕਿ ਇਲੈਕਸ਼ਨ ਦਾ ਦੌਰਾ ਸੀਗਾ ਤੇ ਕੱਲ ਨੂੰ ਰਿਜ਼ਲਟ ਆ ਜਾਣੇ ਆ, ਤੇ ਉਸ ਤੋਂ ਬਾਅਦ ਡਰ ਬਣਿਆ ਹੋਇਆ ਕਿ ਕੀਮਤਾਂ ਪੈਟਰੋਲ ਦੀਆਂ ਇੱਕਦਮ ਜੰਪ ਕਰਨਗੀਆਂ, ਸ਼ਾਇਦ 1.25 ਗੁਣਾ 1.5 ਗੁਣਾ ਹੀ ਹੋ ਜਾਣ, ਜਿਹਨੂੰ ਫੇਸ ਕਰਨ ਲਈ ਲੋਕਾਂ ਨੂੰ ਇੱਕ ਦੀ ਵਾਰਨਿੰਗ ਜਿਹੜੀ ਹੈ ਕਿਤੇ ਨਾ ਕਿਤੇ ਮਿਲ ਰਹੀ ਹੈ। ਇਕੱਲੇ ਤੇਲ ਦੀਆਂ ਨਹੀਂ, ਬਾਕੀ ਮਹਿੰਗਾਈ ਦੀਆਂ ਵੀ। ਇਹ ਸਾਰਾ ਜੋ ਕੁਝ ਆਲਾ ਦੁਆਲੇ ਸਾਡੇ ਚੱਲ ਰਿਹਾ ਆ, ਇਹਦੇ ਤੋਂ ਜਿਹੜੇ ਬੁੱਧੀਜੀਵੀ ਵਰਗ ਆ, ਜਰਨਲਿਸਟ ਨੇ, ਉਹ ਕੀ ਜਿਹੜਾ ਉਹ ਐਨਾਲਿਸਿਸ ਜਿਹੜਾ ਦੇ ਰਹੇ ਨੇ ਕਿ ਦੁਨੀਆ ਕਿਸ ਪਾਸੇ ਨੂੰ ਜਾ ਰਹੀ ਆ। ਦੇਖੋ ਯੂਕਰੇਨ ਤੇ ਰੂਸ ਦੀ ਜੰਗ ਤਾਂ ਉਹਦੇ ਨਾਲ ਜਿਹੜੇ ਆਰਥਿਕ ਤੌਰ ਦੇ ਉੱਤੇ ਅਸਰ ਪੈਣੇ ਉਹ ਤਾਂ ਪੈਣੇ ਹੀ ਸੀ ਜੀ, ਪਰ ਉਹਦੇ ਨਾਲ ਨਾਲ ਜਿੱਦਾਂ ਵੱਖ-ਵੱਖ ਮੁਲਕਾਂ ਦਾ ਤੁਸੀਂ ਕੈਨੇਡਾ ਦਾ ਵੀ ਜ਼ਿਕਰ ਕੀਤਾ ਜਾਂ ਭਾਰਤ ਦਾ ਵੀ, ਇਹਦੇ ਨਾਲ ਨਾਲ ਬਾਕੀ ਸਾਰੀ ਦੁਨੀਆ ਦੇ ਮੁਲਕ ਜਿਹੜੇ ਆ, ਇਹਨਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਤੇ ਜਿਹੜੇ ਸਾਰੀ ਇਕਨੋਮੀ ਨੂੰ ਕੰਟਰੋਲ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਇਹ ਬਹਾਨਾ ਮਿਲ ਗਿਆ ਹੈ ਕਿ ਦੇਖੋ ਰੂਸ ਤੇ ਯੂਕਰੇਨ ਦੀ ਜੰਗ ਹੈ, ਜਿਹਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਵਸਤਾਂ ਨੇ ਉਹਨਾਂ ਦੇ ਆਦਾਨ ਪ੍ਰਦਾਨ ਦੇ ਵਿੱਚ ਵੱਡੀ ਮੁਸ਼ਕਲ ਆ ਰਹੀ ਹੈ। ਇਸ ਕਰਕੇ ਮਹਿੰਗਾਈ ਵੱਧ ਰਹੀ ਹੈ। ਮਹਿੰਗਾਈ ਇਸ ਕਰਕੇ ਤਾਂ ਵੱਧ ਰਹੀ ਆ, ਕੁਝ ਮਾਮਲਿਆਂ ਦੇ ਵਿੱਚ ਨੋ ਡਾਊਟ ਵੀ ਇੱਕ ਯੁੱਧ ਲੱਗਾ ਹੋਇਆ, ਜੰਗ ਲੱਗਾ ਹੈ, ਉਹਦੇ ਤੇ ਕੁਝ ਮੁਲਕ ਜਿਹੜੇ ਆ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਰਹੇ ਨੇ। ਸਪਲਾਈ ਚੇਨ ਜਿਹੜੀ ਟੁੱਟ ਗਈ ਹੈ ਦੋਹਾਂ ਪਾਸਿਆਂ ਤੋਂ, ਪਰ ਭਾਰਤ ਵਰਗੇ ਮੁਲਕ ਦੀਆਂ ਸਰਕਾਰਾਂ ਤੇ ਬਾਕੀ ਜਿਹੜੇ ਲੋਕ ਹੈ ਜਿਹੜੇ ਸਾਰਾ ਕੁਝ ਜਿਹੜਾ ਡਿਜ਼ਾਈਨ ਕਰਦੇ ਆ, ਉਹਨਾਂ ਨੂੰ ਇਹ ਬਹਾਨਾ ਵੀ ਮਿਲਿਆ ਹੈ। ਇਹਦੇ ਬਹਾਨੇ ਦੇ ਨਾਲ ਵੱਲੋਂ ਮਹਿੰਗਾਈ ਜਿਹੜੀ ਹੈ ਉਹ ਵਧਾਈ ਜਾ ਰਹੀ ਹੈ। ਭਾਰਤ ਦਾ ਜ਼ਿਕਰ ਕਰੀਏ ਤਾਂ ਕੱਲ ਹੀ ਮੈਨੂੰ ਇੱਕ ਸੱਜਣ ਮਿਲੇ ਸੀ ਤੇ ਉਹਨਾਂ ਨੇ ਦੱਸਿਆ ਕਿ ਸਟੀਲ ਤੇ ਲੋਹੇ ਦੀਆਂ ਕੀਮਤਾਂ ਬਹੁਤ ਤੇਜ਼ੀ ਨਾਲ ਵੱਧ ਗਈਆਂ ਆ ਪਿਛਲੇ 2 ਦਿਨਾਂ 'ਚ। ਹਾਲੇ ਚੋਣਾਂ ਦਾ ਆਖਰੀ ਗੇੜ ਹੀ ਜਾਣਾ ਮਤਲਬ ਪਿਆ ਸੀਗਾ ਯੂਪੀ ਵਾਲਾ, ਉਸ ਤੋਂ ਪਹਿਲਾਂ ਹੀ ਜਿਹੜੀਆਂ ਦੁੱਧ ਦੀਆਂ ਕੰਪਨੀਆਂ ਉਹਨਾਂ ਨੇ ਦੁੱਧ ਦੀਆਂ ਕੀਮਤਾਂ 2 ਰੁਪਏ ਵਧਾ ਦਿੱਤੀਆਂ ਸੀ।
ਚਾਹੇ ਉਹ ਅਮੂਲ ਕੰਪਨੀ ਹੋਵੇ ਤੇ ਚਾਹੇ ਪੰਜਾਬ ਦੀ ਵੇਰਕਾ। ਤੇ ਕੱਲ ਖਬਰ ਆ ਰਹੀ ਸੀ ਕਿ ਜਿਹੜੀ ਦੁੱਧ ਦੀ ਯੂਨੀਅਨ ਹੈ ਪੰਜਾਬ ਦੀ, ਉਹਨਾਂ ਨੇ ਇਹ ਧਮਕੀ ਦਿੱਤੀ ਹੈ ਕਿ ਜੇ ਦੁੱਧ ਦੀਆਂ ਕੰਪਨੀਆਂ ਜਿਹੜੀਆਂ ਆ ਦੁੱਧ ਦੀਆਂ ਕੀਮਤਾਂ ਵਧਾ ਸਕਦੀਆਂ ਹੈ ਤੇ ਅਸੀਂ ਦੁੱਧ ਜਿਹੜਾ ਹੈ ਉਸੇ ਭਾਅ ਤੇ ਕਿਉਂ ਦਈਏ। ਮਤਲਬ 40 ਰੁਪਏ ਕਿਲੋ ਆਮ ਤੌਰ ਦੇ ਉੱਤੇ ਸਾਡੇ ਇੱਥੇ ਦੁੱਧ ਦੀ ਕੀਮਤ ਹੈ, ਜਿਹੜਾ ਦੁੱਧ ਹੀ ਦਿੰਦੇ ਆ, ਤੇ ਜਿਹੜੀਆਂ ਕੰਪਨੀਆਂ ਉਹਨਾਂ ਨੇ 50 ਰੁਪਏ ਕਰਤੇ, 48 ਰੁਪਏ ਤੋਂ ਵਧਾ ਕੇ 50 ਰੁਪਏ ਕਿਲੋ ਕਰ ਦਿੱਤਾ ਦੁੱਧ। ਤੇ ਉਹ ਦੁੱਧ ਯੂਨੀਅਨ ਵਾਲੇ ਕਹਿੰਦੇ ਵੀ 6 ਰੁਪਏ ਪਰ ਕੇਜੀ ਵਧਾਇਆ ਜਾਵੇ, ਨਹੀਂ ਤਾਂ ਅਸੀਂ ਸਪਲਾਈ ਰੋਕ ਦੇਣੀ ਹੈ। ਹੁਣ ਇਹ ਵੀ ਬੜੀ ਕਹਿ ਲਓ ਅਜੀਬ ਗੱਲ ਹੈ ਕਿ ਤੁਸੀਂ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਖੁੱਲ੍ਹ ਦਿੱਤੀ ਹੋਈ ਹੈ ਕਿ ਜਿਵੇਂ ਮਰਜ਼ੀ ਤੁਸੀਂ ਆਪਣੀਆਂ ਕੀਮਤਾਂ ਵਧਾਈ ਜਾਓ, ਕਿਸੇ ਕਿਸਮ ਦਾ ਉਹਦੇ ਤੇ ਰੋਕ ਨਹੀਂ ਹੈ। ਤੇ ਜਿੱਥੋਂ ਸਪਲਾਈ ਲੈਂਦੇ ਹੋ ਤੇ ਉਹਨਾਂ ਦੀਆਂ ਕੀਮਤਾਂ ਉੱਥੇ ਦੀਆਂ ਉੱਥੇ ਪਈਆਂ। ਮਿਸਾਲ ਦੇ ਤੌਰ ਤੇ ਸਾਡੇ ਇੱਥੇ ਮਤਲਬ ਬ੍ਰੈਡ ਦੀਆਂ ਕੰਪਨੀਆਂ ਹੈ, ਜਿਹੜੀਆਂ ਆਪਾਂ ਬ੍ਰੈਡ ਸਵੇਰੇ ਲੈਂਦੇ ਆ ਜੀ, ਉਹ ਪਤਾ ਹੀ ਨਹੀਂ ਲੱਗਦਾ ਕਦੋਂ ਕੀਮਤ ਵਧਾ ਦਿੰਦੇ ਆ। ਤੁਸੀਂ ਜਾਓ ਇੱਕ ਦਿਨ ਤਾਂ ਤੁਹਾਨੂੰ ਬ੍ਰੈਡ ਉਹ 35 ਰੁਪਏ ਦੀ ਮਿਲੇਗੀ, ਦੂਸਰੇ ਦਿਨ ਜਾਓ ਤਾਂ 40 ਰੁਪਏ ਦੀ ਤੁਹਾਨੂੰ ਮਿਲਦੀ ਉਹੀ ਬ੍ਰੈਡ। ਰਾਤੋਂ ਰਾਤ 5 ਰੁਪਏ ਇੱਕ ਬ੍ਰੈਡ ਦੀ ਕੀਮਤ ਜਦੋਂ ਵੱਧਦੀ ਹੈ, ਤੇ ਜੇ ਇੱਕ ਕੰਪਨੀ 1 ਲੱਖ ਬ੍ਰੈਡ ਸਪਲਾਈ ਕਰਦੀ ਹੈ ਰੋਜ਼, ਤੇ ਤੁਸੀਂ ਅੰਦਾਜ਼ਾ ਕਰ ਲਓ ਵੀ ਇੱਕੋ ਰਾਤ ਦੇ ਵਿੱਚ ਉਹਨਾਂ ਨੇ ਆਪਣਾ ਮੁਨਾਫਾ ਜਿਹੜਾ 5 ਲੱਖ ਰੁਪਏ ਵਧਾ ਲਿਆ। ਏਦਾਂ ਬਾਕੀ ਸਾਰੀਆਂ ਚੀਜ਼ਾਂ ਹੈਗੀਆਂ। ਮਹਿੰਗਾਈ ਵਧਣ ਦੇ ਕਾਰਨ ਵੱਖਰੇ ਵੱਖਰੇ ਹੋ ਸਕਦੇ ਹੈ, ਪਰ ਬਹਾਨਾ ਇੱਕੋ ਹੀ ਹੈ। ਬਹਾਨਾ ਇੱਕੋ ਹੀ ਹੈ ਕਿ ਦੇਖੋ ਸਾਰਾ ਸੰਸਾਰ ਜਿਹੜਾ ਇਸ ਵੇਲੇ ਰੂਸ ਤੇ ਯੂਕਰੇਨ ਦੀ ਜੰਗ ਕਰਕੇ ਪ੍ਰਭਾਵਿਤ ਹੋ ਰਿਹਾ ਹੈ, ਤਾਂ ਇਹਦਾ ਸਾਰਾ ਸੇ ਹੀ ਨਿਕਲਦਾ ਵੀ ਕੋਈ ਵੀ ਸੰਕਟ, ਕਿਸੇ ਤਰ੍ਹਾਂ ਦਾ ਵੀ ਸੰਕਟ ਹੋਵੇ, ਚਾਹੇ ਉਹ ਕੌਮੀ ਸੰਕਟ ਹੋਵੇ, ਚਾਹੇ ਇੰਟਰਨੈਸ਼ਨਲ ਗਲੋਬਲ ਸੰਕਟ ਹੋਵੇ, ਗਲੋਬਲ ਕ੍ਰਾਈਸਿਸ ਜਿਹੜਾ ਆ ਉਹ ਮੁਨਾਫਾਖੋਰ ਜਾਂ ਜਿਹੜੇ ਲੁਟੇਰੇ ਲੋਕ ਬੈਠੇ ਆ ਦੁਨੀਆ ਨੂੰ ਲੁੱਟ ਕੇ ਜਿਹੜੇ ਖਾ ਰਹੇ ਆ, ਉਹਨਾਂ ਨੂੰ ਮੁਨਾਫਾ ਦਿੰਦਾ ਹੈ। ਚਾਹੇ ਕੋਈ ਮਹਾਮਾਰੀ ਹੈ, ਜੇ ਕੋਵਿਡ ਹੈ, ਤਾਂ ਵੀ ਇਹ ਜਿਹੜੇ ਵੱਡੇ ਲੋਕ ਆ, ਕਾਰਪੋਰੇਟ ਹੈ, ਉਹਨਾਂ ਦੇ ਮੁਨਾਫੇ ਜਿਹੜੇ ਆ ਉਹ ਦੂਣ ਸਵਾਏ ਹੋਏ। ਸਾਰੀ ਦੁਨੀਆ ਦੀ ਇਕਨੋਮੀ ਡ੍ਰੌਪ ਹੋ ਗਈ, ਪਰ ਇਹਨਾਂ ਦੀ ਇਕਨੋਮੀ 'ਚ ਕਈ ਗੁਣਾ ਵਾਧਾ ਹੋ ਗਿਆ। ਤੇ ਜੇ ਜੰਗ ਹੈ ਤਾਂ ਜੰਗ ਦੇ ਵਿੱਚ ਦੁਖੀ ਕੌਣ ਹੈ, ਮਰ ਕੌਣ ਰਿਹਾ, ਉਹ ਸਧਾਰਨ ਬੰਦਾ ਹੈ, ਤੇ ਮੁਨਾਫੇ ਇਹਨਾਂ ਦੇ ਵੱਧ ਰਹੇ ਆ। ਇਹ ਸਾਰਾ ਇਹਦਾ ਤਾਂ ਬਾਜ਼ਾਰ ਤੰਤਰ ਦਾ ਇੱਕ ਇਹਦਾ ਪੂਰਾ ਅਲਜਬਰਾ ਆ। ਇਹਨੂੰ ਦੇਖੋ, ਅਸੀਂ ਤੁਸੀਂ ਬਹੁਤੇ ਇਕਾਨਮੀ ਦੇ ਮਾਸਟਰ ਨਹੀਂ ਹੈਗੇ, ਮਾਹਰ ਨਹੀਂ ਹੈਗੇ ਆਰਥਿਕ ਤੌਰ ਦੇ ਉੱਤੇ, ਪਰ ਜਿਹੜੇ ਆਰਥਿਕ ਮਾਹਰ ਨੇ, ਪਰ ਜਿਨ੍ਹਾਂ ਦੀ ਜਿਹੜੇ ਆਰਥਿਕ ਮਾਹਰਾਂ ਦੀ ਜਿਹੜੀ ਦ੍ਰਿਸ਼ਟੀ ਜਿਹੜੀ ਹੈ ਜਨਤਕ ਹੈ, ਜਾਂ ਕਹਿ ਲਓ ਵੀ ਲੋਕ ਪੱਖੀ ਹੈ, ਉਹ ਇਹਨਾਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਉਣ, ਤਾਂ ਜੋ ਸਾਡੇ ਵਰਗੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਖੇਡ ਕਿੱਥੋਂ ਖੇਡੀ ਜਾ ਰਹੀ ਹੈ। ਜੀ ਜੀ। ਅੱਛਾ ਦੋਸਾਂਝ ਸਾਹਿਬ, ਜਿਹੜੀ ਇਹ ਲੜਾਈ ਆ ਇਹਦਾ ਕਿਤੇ ਨਾ ਕਿਤੇ ਵਿਸਥਾਰ ਹੁੰਦਾ ਨਜ਼ਰ ਆ ਰਿਹਾ ਆ। ਜਿਹੜੇ ਯੂਕਰੇਨ ਦੇ ਨਾਲ ਲੱਗਵੇਂ ਮੁਲਕ ਨੇ, ਜਿਨ੍ਹਾਂ ਨੂੰ ਬਾਲਟਿਕ ਸਟੇਟਸ ਕਿਹਾ ਜਾ ਰਿਹਾ, ਛੋਟੇ ਛੋਟੇ ਰਾਜ ਜਿਹੜੇ ਸੋਵੀਅਤ ਯੂਨੀਅਨ ਤੋਂ ਅਲੱਗ ਹੋਏ ਸੀਗੇ, ਉਹਨਾਂ ਦੇ ਬਾਰੇ ਇੱਕ ਗੱਲ ਚੱਲ ਰਹੀ ਆ ਕਿ ਸ਼ਾਇਦ ਰਸ਼ੀਆ ਯੂਕਰੇਨ ਤੱਕ ਨਹੀਂ ਰੁਕੇਗਾ, ਹੁਣ ਹੋਰ ਅੱਗੇ ਕਦਮ ਵਧਾਏਗਾ, ਬਿਲਕੁਲ ਹਿਟਲਰ ਦੀ ਤਰ੍ਹਾਂ, ਜਿਵੇਂ ਜ਼ਬਰਦਸਤੀ ਜੰਗ ਥੋਪੀ ਗਈ ਸੀ ਸੈਕੰਡ ਵਰਲਡ ਵਾਰ। ਦੁਨੀਆ ਦੇ ਬਾਕੀ ਮੁਲਕ ਚਾਹੁੰਦੇ ਨਹੀਂ ਸੀ, ਫਿਰ ਬਲੌਕ ਬਣਿਆ ਤੇ ਉਹਨਾਂ ਨੇ ਉਹਦਾ ਮੁਕਾਬਲਾ ਕਰਨ ਲਈ ਕੀਤਾ, ਤੇ ਉਹਦਾ ਜੋ ਅੰਤ ਹੋਇਆ ਆਪਾਂ ਦੇਖਦੇ ਹਾਂ। ਲੱਖਾਂ ਹੀ ਜਾਨਾਂ ਗਈਆਂ, ਬਹੁਤ ਸਾਰਾ ਨੁਕਸਾਨ ਹੋਇਆ। ਉਸ ਤੋਂ ਬਾਅਦ ਦੁਨੀਆ ਨੇ ਇੱਕ ਸਬਕ ਸਿੱਖਿਆ, ਦੁਨੀਆ ਨੇੜੇ ਹੋਈ ਇੱਕ ਦੂਜੇ ਦੇ, ਜਿਹਨੂੰ ਅੱਜ ਅਸੀਂ ਗਲੋਬਲ ਵਿਲੇਜ ਕਹਿੰਦੇ ਆ। ਪਰ ਇਹ ਗਲੋਬਲ ਵਿਲੇਜ ਫਿਰ ਬਿਖਰਦਾ ਨਜ਼ਰ ਆ ਰਿਹਾ। ਜੋ ਬਾਈਡਨ ਦੇ ਨਹੀਂ, ਪਹਿਲਾਂ ਤਾਂ ਯੂਕਰੇਨ ਨੂੰ ਸ਼ਾਇਦ ਦਿੰਦੇ ਰਹੇ ਕਿ ਕੋਈ ਗੱਲ ਨਹੀਂ, ਤਕੜੇ ਹੋ ਜਾਓ, ਅਸੀਂ ਖੜੇ ਆ, ਤੇ ਫਿਰ ਹੁਣ ਜਦੋਂ ਉਹਨਾਂ ਨੇ ਉਹਦਾ ਤੇ ਬਾਹ ਨਹੀਂ ਫੜੀ, ਤੇ ਕਿਹਾ ਜਾ ਰਿਹਾ ਕਿ ਉਹਨਾਂ ਬੜੀ ਸਿਆਣਪ ਕੀਤੀ, ਨਹੀਂ ਤੇ ਵਰਲਡ ਵਾਰ ਲੱਗ ਸਕਦੀ ਸੀ। ਤੇ ਹੁਣ ਇਹੋ ਕੁਝ ਜਿਹੜਾ ਆ, ਉਹ ਜਿਹੜੇ ਕੰਟਰੀ ਨਾਲ ਰੱਖਦੇ ਬਾਲਟਿਕ ਸਟੇਟਸ ਨੇ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਨੂੰ ਕਿਹਾ ਜਾ ਰਿਹਾ, ਜੋ ਬਾਈਡਨ ਦਾ ਅੱਜ ਹੀ ਬਿਆਨ ਆਇਆ ਕਿ ਅਸੀਂ ਉਹਨਾਂ ਦੀ ਰਾਖੀ ਲਈ ਜਿਹੜੇ ਆ ਖੜੇ ਆ, ਉਹਨਾਂ ਦੀ ਰਾਖੀ ਅਸੀਂ ਕਰਾਂਗੇ। ਜੇ ਉਹ ਮੁਲਕ ਨਾਟੋ ਦੇ ਮੈਂਬਰ ਹਨ ਜਾਂ ਨਹੀਂ, ਮੈਨੂੰ ਉਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਆ। ਜੇ ਉਹ ਨਹੀਂ ਆ ਤਾਂ ਫਿਰ ਇਹਨਾਂ ਕੋਲ ਇੱਕ ਬੜਾ ਸੋਹਣਾ ਐਕਸਕਿਊਜ਼ ਹੈ ਕਿ ਤੁਸੀਂ ਨਾਟੋ ਦੇ ਮੈਂਬਰ ਨਹੀਂ ਹੋ ਤੇ ਅਸੀਂ ਤੁਹਾਡੀ ਰਾਖੀ ਨਹੀਂ ਕਰ ਸਕਦੇ, ਤੇ ਲੜਾਈ ਲੱਗਣ ਤੋਂ ਪਹਿਲਾਂ ਉਹਨਾਂ ਨੂੰ ਹੱਲਾਸ਼ੇਰੀ ਪੂਰੀ ਦਿੰਦੇ ਆ, ਬਾਅਦ ਚ ਕਹਿੰਦੇ ਅਸੀਂ ਹਥਿਆਰ ਵੀ ਦੇਵਾਂਗੇ। ਜੋ ਯੂਕਰੇਨ ਨਾਲ ਹੋਇਆ ਕੱਲ ਨੂੰ ਉਹਨਾਂ ਮੁਲਕਾਂ ਨਾਲ ਵੀ ਹੋ ਸਕਦਾ ਆ। ਤੇ ਦੂਜੇ ਪਾਸੇ ਰੂਸ ਇਹ ਗੱਲ ਬਾਰ-ਬਾਰ ਕਹਿ ਰਿਹਾ ਹੈ
ਕਿ ਮੇਰੇ ਬਾਰਡਰ ਦੇ ਉੱਤੇ ਜੇ ਆ ਕੇ ਨਾਟੋ ਨੇ ਮਿਜ਼ਾਈਲਾਂ ਬੀੜਨੀਆਂ ਨੇ ਤੇ ਮੈਨੂੰ ਉਹ ਕਿਸੇ ਤਰ੍ਹਾਂ ਵੀ ਮਨਜ਼ੂਰ ਨਹੀਂ, ਮੈਂ ਉਹ ਨਹੀਂ ਹੋਣ ਦੇਵਾਂਗਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਇੱਕ ਪਾਸੇ ਗੱਲਬਾਤ ਵੀ ਚੱਲ ਰਹੀ ਆ, ਤੀਜੇ ਦੌਰ ਦੀ ਗੱਲਬਾਤ ਅਜੇ ਵੀ ਜਾਰੀ ਆ, ਕੁਝ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਸੁਰੱਖਿਅਤ ਲਾਂਘਾ ਦੇਣ ਦੀ ਵੀ ਕੋਸ਼ਿਸ਼ ਕੀਤੀ ਆ, ਪਰ ਇਹਦੇ ਬਾਵਜੂਦ ਲੜਾਈ ਜਿਹੜੀ ਆ ਉਹ ਰੁਕ ਨਹੀਂ ਰਹੀ। ਕੁਝ ਇੱਕ ਕੰਟਰੀ ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਟਰਕੀ ਵਗੈਰਾ, ਉਹਦੇ ਵਿੱਚ ਆਪਣਾ ਯੋਗਦਾਨ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਫਿਰ ਵੀ ਲੜਾਈ ਜਿਹੜੀ ਆ ਉਹ ਲੱਗਦਾ ਹੈ ਕਿ ਜੇ ਉੱਪਰ ਵੱਲ ਨੂੰ ਜਾਏਗੀ ਕੁਝ ਦਿਨ ਹੋਰ। ਤੇ ਇਸ ਦਾ ਜਿਹੜਾ ਨੁਕਸਾਨ ਹੈ ਇਕੱਲੇ ਆਰਥਿਕ ਨੁਕਸਾਨ ਨਹੀਂ, ਜੇ ਹੌਲੀ ਹੌਲੀ ਸਾਰਾ ਸੰਸਾਰ ਇਸ ਵਿੱਚ ਝੋਕ ਦਿੱਤਾ ਇਹਨਾਂ ਵੈਸਟਰਨ ਕੰਟਰੀ ਨੇ, ਜਿੱਦਾਂ ਕਿ ਸ਼ਰਾਰਤ ਕਰਕੇ ਪਾਸੇ ਹੋਣ ਵਾਲੀ ਗੱਲ ਹੈ, ਤੇ ਫਿਰ ਆਪਾਂ ਫਿਰ ਇੱਕ ਤੀਜੇ ਯੁੱਧ ਵੱਲ ਨਹੀਂ ਵਧਦੇ ਦਿਖ ਰਹੇ, ਵਰਲਡ ਜਿਹਨੂੰ ਵਾਰ ਕਹਿੰਦੇ ਆ। ਦੇਖੋ ਵਲਾਦੀਮੀਰ ਪੁਤਿਨ ਜਿਹੜੇ ਆ ਉਹਨਾਂ ਦੀ ਪਹੁੰਚ ਤਾਂ ਇਹੀ ਹੈ ਜਿਹੜੀ ਤੁਸੀਂ ਦੱਸੀ ਹੈ ਵੀ ਉਹ ਜਿਵੇਂ ਸਾਰੇ ਯੂਰਪ ਦੇ ਉੱਤੇ ਹਿਟਲਰ ਜਿਹੜਾ ਹਕੂਮਤ ਕਰਨ ਦਾ ਚਾਹਵਾਨ ਸੀ, ਤੇ ਪੁਤਿਨ ਸਾਹਿਬ ਜਿਹੜੇ ਆ ਸਾਰੇ ਯੂਰਪ ਤੇ ਤਾਂ ਨਹੀਂ ਪਰ ਘੱਟੋ ਘੱਟ ਸੋਵੀਅਤ ਯੂਨੀਅਨ ਦੇ ਨਾਲ ਜਿਹੜੇ ਮੁਲਕ ਜੁੜੇ ਹੋਏ ਸੀ, ਜਿਹਦੇ ਕਰਕੇ ਰੂਸ ਸੋਵੀਅਤ ਯੂਨੀਅਨ ਬਣਿਆ ਸੀ, ਉਹਨਾਂ ਮੁਲਕਾਂ ਨੂੰ ਵਾਪਸ ਆਪਣੇ ਕਬਜ਼ੇ 'ਚ ਲੈਣਾ ਚਾਹੁੰਦੇ ਆ ਸਟੈਪ ਬਾਈ ਸਟੈਪ। ਤੇ ਉਹਦੇ ਲਈ ਲੌਜਿਕ ਜਾਂ ਤਰਕ ਜਿਹੜਾ ਆ ਉਹ ਇਹੀ ਹੈ ਕਿ ਜਿਹੜਾ ਵੀ ਮੁਲਕ ਪੂਰਬੀ ਯੂਰਪ ਦੇ ਜਿਹੜੇ ਮੁਲਕ ਹੈ ਜਾਂ ਸੋਵੀਅਤ ਯੂਨੀਅਨ ਨਾਲੋਂ ਜਿਹੜੇ ਟੁੱਟੇ ਮੁਲਕ ਹੈ, ਉਹ ਨਾਟੋ ਦਾ ਮੈਂਬਰ ਬਣਨ ਦੀ ਕੋਸ਼ਿਸ਼ ਕਰਨਗੇ। ਉਹਨਾਂ ਨਾਲ ਇਹੀ ਕੁਝ ਹੋਏਗਾ, ਕਿਉਂਕਿ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਵੀ 1600 ਕਿਲੋਮੀਟਰ ਦੂਰ ਹੋਵੇ ਨਾਟੋ ਦੀਆਂ ਫੌਜਾਂ ਤੋਂ ਮਾਸਕੋ ਤੇ ਉਹ 650 ਕਿਲੋਮੀਟਰ ਦੂਰ ਰਹਿ ਜਾਵੇ, ਕਿਉਂਕਿ 2200 ਕਿਲੋਮੀਟਰ ਦਾ ਇੱਕ ਪੂਰੇ ਦਾ ਪੂਰਾ ਬਾਰਡਰ ਦਾ ਏਰੀਆ ਜਿਹੜਾ ਯੂਕਰੇਨ ਨਾਲ ਲੱਗਦਾ ਰੂਸ ਦਾ, ਉਹਦਾ ਸਿੱਧਾ ਤਰਕ ਇਹੀ ਆ ਰੂਸ ਦਾ ਬਈ ਅਸੀਂ ਯੂਕਰੇਨ ਦੇ ਉੱਤੇ ਤਾਂ ਸਖਤੀ ਕੀਤੀ ਹੈ ਕਿਉਂਕਿ ਯੂਕਰੇਨ ਸਾਡੀ ਜਿਹੜੀ ਰਿਕੁਐਸਟ ਹੈ ਉਹਨੂੰ ਮੰਨ ਨਹੀਂ ਰਿਹਾ, ਉਹ ਨਾਟੋ ਦਾ ਮੈਂਬਰ ਬਣਨਾ ਚਾਹੁੰਦਾ, ਅਰਜ਼ੀਆਂ ਲਾ ਰਿਹਾ, ਤੇ ਇਹੀ ਬਾਕੀ ਮੁਲਕ ਜੇ ਏਦਾਂ ਦੀ ਕੁਤਾਹੀ ਕਰਨਗੇ ਤਾਂ ਸਾਨੂੰ ਮਜਬੂਰ ਹੋਣਾ ਪਏਗਾ। ਇਹ ਉਹਨਾਂ ਦਾ ਤਰਕ ਹੈ ਜਾਂ ਬਹਾਨਾ ਕਹਿ ਲਓ। ਦੂਜੇ ਬੰਨੇ ਬਹਾਨਾ ਨਾਟੋ ਦੇ ਵਿੱਚ ਜਾਂ ਨਾਟੋ ਨੂੰ ਕਰ ਰਿਹਾ ਜਿਹੜਾ ਅਮਰੀਕਾ ਉਹਦਾ ਵੀ ਹੈ ਜਾਂ ਨਾਟੋ ਦੇ ਬਾਕੀ ਮੁਲਕਾਂ ਦਾ ਵੀ ਹੈ। ਯੂਕਰੇਨ ਦੇ ਹਵਾਲੇ ਨਾਲ ਜਦੋਂ ਗੱਲ ਕਰਦੇ ਆ ਕਿ ਸਾਡੀ ਮਜਬੂਰੀ ਹੈ ਕਿਉਂਕਿ ਯੂਕਰੇਨ ਨਾਟੋ ਦਾ ਮੈਂਬਰ ਨਹੀਂ ਹੈ, ਇਸ ਕਰਕੇ ਅਸੀਂ ਉਹਦੀ ਫਿਜ਼ੀਕਲੀ ਜਿਹੜਾ ਮਦਦ ਨਹੀਂ ਕਰ ਸਕਦੇ, ਉੱਦਾਂ ਹੱਲਾਸ਼ੇਰੀ ਜਿੰਨੀ ਮਰਜ਼ੀ ਲੈ ਲਵੇ, ਥੋੜੇ ਬਹੁਤ ਹਥਿਆਰ ਵੀ ਦੇ ਦਾਂਗੇ ਤੇ ਨਾਲ ਇਹ ਵੀ ਕਹਿ ਦਾਂਗੇ ਕਿ ਅਸੀਂ ਤੇਰੇ ਨਾਲ ਹੈ। ਬਾਕੀ ਮੁਲਕਾਂ ਦੇ ਨਾਲ ਵੀ ਇਸੇ ਤਰ੍ਹਾਂ ਦਾ ਜਿਹੜਾ ਅਮਰੀਕਾ ਦਾ ਜਿਹੜਾ ਵਤੀਰਾ ਹੈ ਜਾਂ ਤਰੀਕਾ ਹੈ। ਜਿਹੜੀ ਤੁਸੀਂ ਸਮਝਦਾਰੀ ਦੀ ਗੱਲ ਕਹੀ ਹੈ ਵੀ ਅਮਰੀਕਾ ਬਾਰੇ ਕਿਹਾ ਜਾ ਰਿਹਾ ਕਿ ਜੋ ਬਾਈਡਨ ਨੇ ਇੱਕ ਸਮਝਦਾਰੀ ਕੀਤੀ ਹੈ ਵੀ ਉਹ ਇਸ ਜੰਗ ਦੇ ਵਿੱਚ ਸਿੱਧੇ ਜਿਹੜੇ ਨਹੀਂ ਆਏ, ਨਹੀਂ ਤਾਂ ਜਿਹੜੀ ਥਰਡ ਵਰਲਡ ਵਾਰ ਹੈ ਉਹ ਤਾਂ ਫਿਰ ਲੱਗੀ ਪਈ ਸੀ, ਉਹਨੂੰ ਕੋਈ ਰੋਕ ਨਹੀਂ ਸੀ ਸਕਦਾ। ਦੇਖੋ ਕਹਿਣ ਨੂੰ ਇਹਨੂੰ ਸਮਝਦਾਰੀ ਕਿਹਾ ਜਾ ਸਕਦਾ, ਪਰ ਮੈਨੂੰ ਲੱਗਦਾ ਹੈ ਕਿ ਸਰਦਾਰੀ ਖੁੱਸ ਗਈ ਹੈ, ਸਰਦਾਰੀ ਰਹੀ ਨਹੀਂ, ਥਾਣੇਦਾਰੀ ਰਹੀ ਨਹੀਂ। ਅਮਰੀਕਾ ਅੱਜ ਉਹ ਅਮਰੀਕਾ ਨਹੀਂ ਹੈ ਜਿਹੜਾ ਅਮਰੀਕਾ ਅੱਜ ਤੋਂ 20-30 ਸਾਲ ਪਹਿਲਾਂ ਹੁੰਦਾ ਸੀ। ਸਤਾ ਦਾ ਕੇਂਦਰ ਜਿਹੜਾ ਦੁਨੀਆ ਦਾ ਉਹ ਬਦਲ ਰਿਹਾ ਹੈ। ਇਤਿਹਾਸ ਦੇ ਵਿੱਚ ਜਿਵੇਂ ਪਹਿਲਾਂ ਸਤਾ ਦਾ ਕੇਂਦਰ ਬਦਲਦਾ ਰਿਹਾ, ਉਹ ਹੁਣ ਉਸ ਬਦਲ ਦੇ ਰੌਂ ਦੇ ਵਿੱਚ ਹੈ। ਉਹ ਵੱਖਰੀ ਗੱਲ ਹੈ ਕਿ ਰੂਸ ਤੇ ਚੀਨ ਜਿਹੜੇ ਅੱਜ ਇਕਜੁੱਟ ਦਿਖਾਈ ਦੇ ਰਹੇ ਆ, ਇਨ ਫਿਊਚਰ ਇਹਨਾਂ ਦੇ ਵਿੱਚ ਵੀ ਵੱਡਾ ਟਕਰਾਅ ਹੋਣ ਦੀ ਸੰਭਾਵਨਾ ਰਹੇਗੀ, ਕਿਉਂਕਿ ਸਤਾ ਦੇ ਕੇਂਦਰ ਦੋ ਨਹੀਂ ਹੋ ਸਕਦੇ। ਹਾਂ, ਇੱਕ ਦੂਜੇ ਦਾ ਜੋੜ ਕਰਕੇ ਜਾਂ ਇੱਕ ਦੂਜੇ ਦੀ ਮਦਦ ਦੇ ਨਾਲ ਫਿਰ ਬਾਅਦ ਵਿੱਚ ਅਖੀਰ ਦੇ ਵਿੱਚ ਦੂਜੇ ਨੂੰ ਠਿੱਬੀ ਲਾਉਣ ਦੀ ਜਿਹੜੀ ਹੈ ਪੂਰੀ ਦੀ ਪੂਰੀ ਮਨਸ਼ਾ ਰਹੇਗੀ। ਦੇਖੋ ਇਹ ਐਸੀ ਦੁਨੀਆ ਆ, ਉਹ ਬਹੁਤ ਵੱਡੇ ਸੰਕਟ ਦੇ ਵਿੱਚ ਹੈ। ਮੈਨੂੰ ਇਹ ਲੱਗਦਾ ਤਾਂ ਨਹੀਂ ਹੈ ਵੀ ਇਹ ਜੰਗ ਜਿਹੜੀ ਹੈ ਤੀਜੇ ਵਿਸ਼ਵ ਯੁੱਧ ਦੇ ਵਿੱਚ ਤਬਦੀਲ ਹੋਏਗੀ, ਕਿਉਂਕਿ ਤੁਸੀਂ ਵੀ ਜਿੱਦਾਂ ਕਿ ਅਮਰੀਕਾ ਡਾਇਰੈਕਟਲੀ ਇਹ ਸ਼ਾਮਲ ਨਹੀਂ ਹੋਇਆ ਤੇ ਨਾ ਹੀ ਉਹ ਸ਼ਾਮਲ ਹੋਣ ਦੀ ਉਹਦੀ ਸੰਭਾਵਨਾ ਹੈ, ਨਾ ਨਾਟੋ ਮੁਲਕਾਂ ਦੀ। ਤੇ ਰੂਸ ਨੇ ਵੀ ਯੂਕਰੇਨ ਤੋਂ ਤੁਰੰਤ ਬਾਅਦ ਜਾਂ ਯੂਕਰੇਨ ਦੇ ਨਾਲ ਨਾਲ ਹੀ ਜਿਹੜੇ ਆ ਬਾਕੀ ਉਹਨਾਂ ਮੁਲਕਾਂ ਦੇ ਵਿੱਚ ਦਖਲ ਨਹੀਂ ਵਧਾਉਣਾ ਜਿਹੜੇ ਮੁਲਕ ਸੋਵੀਅਤ ਯੂਨੀਅਨ ਤੋਂ ਟੁੱਟ ਕੇ ਗਏ ਆ, ਉਹਦੇ ਵਾਸਤੇ ਥੋੜਾ ਵਕਤ ਲਏਗਾ। ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਹੁਣ ਬਾਰ-ਬਾਰ ਸੀਜ਼ ਫਾਇਰ ਵੀ ਹੋ ਰਿਹਾ, ਭਾਵੇਂ ਉਹਨੂੰ ਬਾਅਦ ਚ ਤੋੜ ਦਿੱਤਾ ਜਾਂਦਾ, ਹੁਣ ਫੇਰ ਸੀਜ਼ ਫਾਇਰ ਦੀਆਂ ਗੱਲਾਂ ਹੋ ਰਹੀਆਂ ਤੇ ਕਬਜ਼ਾ ਕੀਵ ਦੇ ਉੱਤੇ ਖਾਸ ਤੌਰ ਤੇ ਹਾਲੇ ਤੱਕ ਰੂਸ ਨਹੀਂ ਕਰ ਸਕਿਆ,
ਤੇ ਉਹਦੇ ਵਾਸਤੇ ਇੱਕ ਪਲਾਨਿੰਗ ਉਹਨਾਂ ਨੇ ਬਣਾਈ ਹੈ ਕਿ ਕਮਾਂਡੋਸ ਜਿਹੜੇ ਆ ਉਹਨਾਂ ਨੂੰ ਡਾਇਰੈਕਟਲੀ ਕੀਵ ਦੇ ਵਿੱਚ ਉਤਾਰ ਕੇ ਅੰਦਰੋਂ ਤੇ ਬਾਹਰੋਂ ਹਮਲੇ ਦੋਵੇਂ ਪਾਸਿਓਂ ਕੀਤੇ ਜਾਣ ਤੇ ਫਿਰ ਕਿਲੇ ਉੱਤੇ ਮੁਕੰਮਲ ਕਬਜ਼ਾ ਕਰੇ ਤੇ ਉਸ ਤੋਂ ਬਾਅਦ ਸਾਰਾ ਕੁਝ ਕੰਟਰੋਲ 'ਚ ਆ ਜਾਏਗਾ। ਜਿਹੜੇ ਜ਼ੇਲੈਂਸਕੀ ਹੈ ਰਾਸ਼ਟਰਪਤੀ ਯੂਕਰੇਨ ਦੇ, ਉਹਨਾਂ ਦਾ ਵੀ ਕੱਲ ਦਾ ਇੱਕ ਬਿਆਨ ਉਹਨਾਂ ਦੀ ਹਤਾਸ਼ਾ ਤੇ ਉਹਨਾਂ ਆਸ਼ਾ ਨੂੰ ਜ਼ਾਹਰ ਕਰਦਾ ਹੈ, ਜਦੋਂ ਕਹਿੰਦੇ ਆ ਵੀ ਦੁਨੀਆ ਜੇ ਇਸੇ ਤਰ੍ਹਾਂ ਦੂਰ ਰਹਿ ਕੇ ਦੇਖੀ ਜਾਏਗੀ, ਜੇ ਦੁਨੀਆ ਦੇ ਬਾਕੀ ਮੁਲਕ ਸਾਡੇ ਵੱਲ ਨੂੰ ਇਸੇ ਤਰ੍ਹਾਂ ਦੂਰ ਰਹਿ ਕੇ ਦੇਖਣਗੇ ਤਾਂ ਫਿਰ ਅਸੀਂ ਹਾਰ ਜਾਵਾਂਗੇ, ਕੁਝ ਨਹੀਂ ਬਚੇਗਾ। ਇਹ ਜ਼ੇਲੈਂਸਕੀ ਸਾਹਿਬ ਦਾ ਕੱਲ ਦਾ ਬਿਆਨ ਹੈ, ਜਿਹਦੇ ਤੋਂ ਪਤਾ ਲੱਗਦਾ ਹੈ ਵੀ ਸ਼ਾਇਦ ਉਹ ਕਾਫੀ ਹੱਦ ਤੱਕ ਹੁਣ ਲਗਭਗ ਆਪਣੀ ਹਾਰ ਮੰਨ ਚੁੱਕੇ ਹੈ ਤੇ ਕਿਸੇ ਵੇਲੇ ਵੀ ਇਹ ਖਬਰ ਆ ਸਕਦੀ ਹੈ ਕਿ ਉਹਨਾਂ ਨੂੰ ਅਮਰੀਕਾ ਨੇ 에ਅਰਲਿਫਟ ਕਰ ਲਿਆ, ਜਾਂ ਖੁਦ ਉਹ ਕਿਤੇ ਰੂਪੋਸ਼ ਹੋ ਗਏ, ਜਾਂ ਫਿਰ ਉਹਨਾਂ ਨੂੰ ਆਪਣੀ ਜਾਨ ਦਾ ਜਿਹੜਾ ਖਤਰਾ ਜਿਹਦੇ ਬਾਰੇ ਬਾਰ-ਬਾਰ ਇਸ਼ਾਰਾ ਕਰ ਚੁੱਕੇ ਆ, ਇਦਾਂ ਦੀ ਸਥਿਤੀ ਵੀ ਬਣ ਸਕਦੀ ਹੈ। ਦਸਾਂਝ ਸਾਹਿਬ, ਜਿਹੜੇ ਚਿੰਤਕ ਨੇ ਜਾਂ ਜਿਹੜੇ ਲੋਕ ਇਹਨਾਂ ਚੀਜ਼ਾਂ ਬਾਰੇ ਐਕਸਪਰਟ ਨੇ, ਬਹੁਤ ਸਾਰੇ ਡਿਫੈਂਸ ਤੇ ਮਾਹਰ ਵੀ ਆਪਣੇ ਇੰਡੀਆ ਵਿੱਚ ਵੀ ਗੱਲ ਕਰਦੇ ਹੋਣਗੇ, ਕੀ ਤੁਹਾਨੂੰ ਲੱਗਦਾ ਹੈ ਕਿ ਸਿੱਧੇ ਤੌਰ ਤੇ ਯੂਕਰੇਨ ਨੂੰ ਹਰਾ ਕੇ ਰਸ਼ੀਆ ਆਪਣੇ ਵਿੱਚ ਮਿਲਾ ਲੇਗਾ, ਜਾਂ ਉੱਥੇ ਆਪਣੇ ਮਨਪਸੰਦ ਦਾ ਕੋਈ ਸਰਕਾਰ ਲਾ ਕੇ ਉਹ ਆਪਣੇ ਹਿੱਤ ਪੂਰੇ ਕਰ ਲੇਗਾ ਕਿ ਉਹ ਰਸ਼ੀਆ ਦੀ ਡੰਮੀ ਸਰਕਾਰ ਬਣ ਕੇ ਕੰਮ ਕਰਦੀ ਰਵੇ? ਤੇ ਅੱਜ ਇਹਦਾ ਕਰ ਵੀ ਲੈਂਦਾ ਹੈ, ਇੰਨੀ ਵੱਡੇ ਯੁੱਧ ਤੋਂ ਮਗਰੋਂ, ਇੰਨੀਆਂ ਜਾਨਾਂ ਦੇ ਜਾਣ ਤੋਂ ਬਾਅਦ, ਇੰਨੇ ਵੱਡੇ ਆਰਥਿਕ ਨੁਕਸਾਨ ਤੋਂ ਬਾਅਦ, ਤੇ ਕੱਲ ਨੂੰ ਫੇਰ ਕੋਈ ਇਸ ਤਰ੍ਹਾਂ ਦਾ ਵਿਅਕਤੀ ਆ ਕੇ ਉੱਥੇ ਬਹਿ ਸਕਦਾ ਜਿਹੜਾ ਰਸ਼ੀਆ ਦੇ ਹੱਕ 'ਚ ਨਾ ਰਵੇ, ਹਮੇਸ਼ਾ ਲਈ ਤੇ ਨਹੀਂ ਨਾ ਕਰ ਸਕਦਾ। ਤੇ ਕੀ ਉਹਨਾਂ ਕੋਲ ਬਦਲ ਕੀ ਹੋਣਗੇ? ਕੀ ਉਹ ਯੂਕਰੇਨ ਨੂੰ ਰਸ਼ੀਆ 'ਚ ਸ਼ਾਮਲ ਕਰਨ ਨੂੰ ਪਹਿਲ ਕਰਨਗੇ, ਜਾਂ ਫਿਰ ਉਹ ਉੱਥੇ ਆਪਣੀ ਮਨਪਸੰਦ ਸਰਕਾਰ ਬਣਾਉਣ ਤੱਕ ਸੀਮਿਤ ਰਹਿਣਗੇ? ਦੇਖੋ, ਜਿਹੜੀ ਪਹਿਲ ਤਾਂ ਜੋ ਸਾਡੇ ਕੋਲ ਖਬਰਾਂ ਆ ਰਹੀਆਂ ਸੀ, ਜਾਂ ਜਿਸ ਤਰ੍ਹਾਂ ਦਾ ਦੁਨੀਆ ਭਰ ਦੇ ਐਕਸਪਰਟ ਇਹਦੇ ਤੇ ਰਾਏ ਦੇ ਰਹੇ ਸੀ, ਤਾਂ ਉਹ ਤਾਂ ਇਹੀ ਸੀ ਕਿ ਜਿਹੜਾ ਰੂਸ ਹੈ ਜਾਂ ਵਲਾਦੀਮੀਰ ਪੁਤਿਨ ਹੈ, ਉਹਦਾ ਇੱਕ ਮਕਸਦ ਹੈ ਕਿ ਮਤਲਬ ਯੂਕਰੇਨ ਪੂਰੀ ਤਰ੍ਹਾਂ ਉਹਨਾਂ ਦੇ ਕੰਟਰੋਲ 'ਚ ਹੋਵੇ ਤੇ ਉਹ ਕੰਟਰੋਲ ਮਾਸਕੋ ਤੋਂ ਹੋਵੇ, ਨਾ ਕਿ ਯੂਕਰੇਨ ਨੂੰ ਮੁਕੰਮਲ ਆਪਣੇ 'ਚ ਸ਼ਾਮਲ ਕਰਕੇ ਮਤਲਬ ਉਹਦੀ ਮੁਲਕ ਦੇ ਤੌਰ ਤੇ ਜਿਹੜੀ ਹਸਤੀ ਆ ਉਹਨੂੰ ਖਤਮ ਕਰ ਦਿੱਤਾ ਜਾਏ। ਉਹ ਚਾਹੁੰਦੇ ਆ ਕਿ ਜੋ ਵੀ ਉੱਥੇ ਬੈਠੇ ਚੇਅਰ ਦੇ ਉੱਤੇ ਉਹ ਮਾਸਕੋ ਤੋਂ ਹੁਕਮ ਲਵੇ, ਮਾਸਕੋ ਦੀ ਕਠਪੁਤਲੀ ਦੇ ਤੌਰ ਤੇ ਕੰਮ ਕਰੇ। ਪਰ ਤੁਹਾਡਾ ਵੀ ਜਿਹੜਾ ਇੱਕ ਤਰਕ ਹੈ ਬੜਾ ਵਾਜਬ ਹੈ ਕਿ ਪਹਿਲਾਂ ਵੀ ਜਦੋਂ ਟੁੱਟਾ ਤੇ ਯੂਕਰੇਨ ਆਜ਼ਾਦ ਹੋਇਆ ਤੇ ਜਿਹੜੀ ਪਹਿਲਾਂ ਸਰਕਾਰ ਰਹੀ ਉੱਥੇ, ਉਹ ਪੂਰੀ ਤਰ੍ਹਾਂ ਮਾਸਕੋ ਤੋਂ ਕੰਟਰੋਲ ਹੁੰਦੀ ਸੀ, ਰੂਸ ਪੱਖੀ, ਜਾਂ ਕਹਿ ਲਓ ਵੀ ਉਹ ਰੂਸ ਦੇ ਨਾਲ ਸੀ। ਪਰ ਨਾਲ ਦੀ ਨਾਲ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਯੂਕਰੇਨ 'ਚ ਕਰਪਸ਼ਨ ਫੈਲੀ ਤੇ ਇੱਕ ਕਾਮੇਡੀਅਨ ਜਿਹੜਾ ਬੜਾ ਪਪੂਲਰ ਸੀ, ਟੀਵੀ ਕਾਮੇਡੀਅਨ ਵਲਾਦੀਮੀਰ ਜ਼ੇਲੈਂਸਕੀ, ਉਹਨੇ ਇੱਕ ਸੀਰੀਅਲ ਵੀ ਇੱਕ ਜਿਹੜਾ ਕੀਤਾ ਸੀਗਾ ਜਿਹਦੇ 'ਚ ਉਹਨੇ ਅਦਾਕਾਰੀ ਕੀਤੀ, ਜਿਹਦੇ 'ਚ ਉਹ ਆਪਣੇ ਮੁਲਕ ਦਾ ਰਾਸ਼ਟਰਪਤੀ ਦੇ ਕਿਰਦਾਰ 'ਚ ਸੀ ਜੀ। ਉਹ ਕਿਰਦਾਰ ਇੰਨਾ ਪਪੂਲਰ ਹੋ ਗਿਆ ਤੇ ਉਸ ਕਿਰਦਾਰ ਨੂੰ ਅਮਲੀ ਰੂਪ ਦੇ ਵਿੱਚ ਲੋਕਾਂ ਨੇ ਇੱਕ ਕਰਪਟ ਕਿਸਮ ਦੀ ਜਿਹੜੀ ਗਵਰਨਮੈਂਟ ਹੈ ਉਹਨੂੰ ਬਰਤਰਫ ਕਰਕੇ ਉਸ ਕਰ ਨੂੰ ਸੱਚਮੁੱਚ ਹੀ ਜਿਹੜਾ ਟੀਵੀ ਸੀਰੀਅਲ ਦਾ ਕਿਰਦਾਰ ਸੀ, ਉਸ ਕਿਰਦਾਰ ਨੂੰ ਸੱਚਮੁੱਚ ਹੀ ਅਮਲ ਵਿੱਚ ਯੂਕਰੇਨ ਦਾ ਰਾਸ਼ਟਰਪਤੀ ਥਾਪ ਦਿੱਤਾ। ਤੇ ਪੋਸੀਬਿਲਿਟੀ ਹੈ ਕਿ ਕੱਲ ਨੂੰ ਜੇ ਯੂਕਰੇਨ ਤੇ ਕਬਜ਼ਾ ਕਰਨ ਤੋਂ ਬਾਅਦ ਸੋਵੀਅਤ ਯੂਨੀਅਨ, ਆਪਣੇ ਰਸ਼ੀਆ, ਆਪਣਾ ਕਠਪੁਤਲੀ ਕੋਈ ਰਾਸ਼ਟਰਪਤੀ ਉੱਥੇ ਬਿਠਾ ਦਿੰਦਾ ਹੈ, ਤਾਂ ਇਨ ਫਿਊਚਰ ਜਿਹੜਾ ਉਹਦੇ ਖਿਲਾਫ ਵੀ ਜੇ ਕੋਈ ਬਗਾਵਤ ਹੁੰਦੀ ਹੈ ਤੇ ਇਹ ਖਤਰਾ ਤਾਂ ਬਰਕਰਾਰ ਰਹੇਗਾ। ਔਰ ਜਿਸ ਵੱਡੇ ਪੱਧਰ ਦੇ ਉੱਤੇ ਹਿਜਰਤ ਹੋਈ ਹੈ, ਤਾਜ਼ਾ ਤਰੀਨ ਖਬਰਾਂ ਦੇ ਮੁਤਾਬਕ 20 ਲੱਖ ਤੋਂ ਜ਼ਿਆਦਾ ਯੂਕਰੇਨੀ ਜਿਹੜੇ ਹੈ ਉਹ ਆਪਣੀ ਸਿੰਘ ਛੱਡ ਕੇ ਵੱਖ-ਵੱਖ ਮੁਲਕਾਂ 'ਚ ਜਾ ਵੜੇ ਨੇ, ਜਿੱਥੇ ਜਿੱਥੇ ਵੀ ਉਹਨਾਂ ਨੂੰ ਜਾਣ ਮਿਲਿਆ ਉਹ ਚਲੇ ਗਏ ਨੇ। ਇਹ ਉਹੀ ਲੋਕ ਨੇ ਜਿਹੜੇ ਸ਼ਾਇਦ ਦੁਖੀ ਰਹੇ ਹੋਣਗੇ ਕਿਸੇ ਵੇਲੇ ਜੋ ਯੂਕਰੇਨ ਦੇ ਵਿੱਚ ਵਾਪਰਦਾ ਰਿਹਾ, ਤੇ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਇੱਥੇ ਕੁਝ ਵੀ ਨਹੀਂ ਹੈ, ਉਹ ਫਿਰ ਚਲੇ ਗਏ ਨੇ। ਉਹ ਸ਼ਾਇਦ ਜਿਹੜੇ ਬਾਕੀ ਰਹਿ ਰਹੇ ਨੇ ਮਜਬੂਰੀ 'ਚ ਰਹਿ ਰਹੇ ਨੇ ਉੱਥੇ, ਤੇ ਉਹ ਸ਼ਾਇਦ ਡਰ ਤੇ ਭੈ ਦੇ ਮਾਹੌਲ 'ਚ ਜਿਹੜੀ ਉਹ ਇਸ ਵੇਲੇ ਜ਼ਿੰਦਗੀ ਕੱਟ ਰਹੇ ਆ। ਸੋ ਕਾਫੀ ਲੰਬੇ ਸਮੇਂ ਤੱਕ ਉਹ ਕੋਸ਼ਿਸ਼ ਕਰਨਗੇ ਕਿ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਇਸ ਡਰ ਤੇ ਭੈ ਦੇ ਮਾਹੌਲ 'ਚ ਨਾ ਰਹਿਣ, ਤੇ ਹੋ ਸਕਦਾ ਉਹ ਈਨ ਮੰਨ ਕੇ
ਜਿਵੇਂ ਰੂਸ ਚਾਹੇਗਾ ਉਸੇ ਤਰ੍ਹਾਂ ਦਾ ਆਪਣਾ ਜੀਨ ਜਿਹੜਾ ਬਣਾ ਲੈਣ, ਤੇ ਜ਼ਿਆਦਾ ਸੰਭਾਵਨਾ ਇਹੀ ਹੈ ਕਿ ਰੂਸ ਉੱਥੇ ਕਬਜ਼ਾ ਕਰਨ ਤੋਂ ਬਾਅਦ ਵਾਪਸ ਜਾਏਗਾ, ਪਰ ਆਪਣਾ ਆਪਣਾ ਇੱਕ ਕਿਸਮ ਦਾ ਕਹ ਲਓ ਵੀ ਡੰਮੀ ਰਾਸ਼ਟਰਪਤੀ ਬਣਾ ਕੇ ਉੱਥੇ ਬਿਠਾ ਜਾਏਗਾ। ਅੱਛਾ, ਦੂਜਾ ਇੱਕ ਸਵਾਲ ਮੇਰਾ ਹੋਰ ਆ ਦਸਾਂਝ ਸਾਹਿਬ ਤੁਹਾਨੂੰ, ਵੀ ਇੱਕ ਪਾਸੇ ਰਸ਼ੀਆ ਇਹ ਕਹਿ ਰਿਹਾ ਹੈ ਕਿ ਯੂਕਰੇਨ ਨਾਟੋ ਦਾ ਮੈਂਬਰ ਬਣਦਾ ਆ ਤੇ ਮੇਰੇ ਆਲੇ ਦੁਆਲੇ ਜਦੋਂ ਆਣ ਕੇ ਮਿਜ਼ਾਈਲਾਂ ਲੱਗ ਜਾਣਗੀਆਂ ਤੇ ਮੇਰੀ ਸਿਕਿਉਰਿਟੀ ਨੂੰ ਖਤਰਾ ਹੈ। ਪਰ ਜੇ ਯੂਕਰੇਨ ਨੂੰ ਆਪਣੇ ਵਿੱਚ ਮਿਲਾ ਲੈਂਦਾ ਤੇ ਯੂਕਰੇਨ ਤੋਂ ਬਾਰਡਰ ਤੋਂ ਪਾਰ ਯੂਰਪੀ ਮੁਲਕ, ਯੂਰਪ ਨਾਲ ਵੀ ਲੱਗਦਾ ਹੈ ਯੂਕਰੇਨ, ਤੇ ਕੁਝ ਜਿਹੜੇ ਕੰਟਰੀ ਮੈਂ ਕਹਿ ਰਿਹਾ ਬਾਲਟਿਕ ਕੰਟਰੀ ਜਿਨ੍ਹਾਂ ਦੀ ਜ਼ਿਕਰ ਅੱਜ ਕੱਲ੍ਹ ਬਹੁਤ ਚਰਚਾ 'ਚ ਆ, ਉਹ ਪਹਿਲਾਂ ਹੀ ਨਾਟੋ ਦੇ ਮੈਂਬਰ ਨੇ, ਤੇ ਫਿਰ ਆਪਣਾ ਬਾਰਡਰ ਦਾ ਵਿਸਥਾਰ ਕਰਕੇ ਉਹ ਤੇ ਖੁਦ ਨਾਟੋ ਦੇ ਨੇੜੇ ਜਾ ਰਿਹਾ ਹੈ, ਤੇ ਉੱਥੇ ਤੇ ਮਿਜ਼ਾਈਲਾਂ ਪਹਿਲਾਂ ਹੀ ਲੱਗੀਆਂ ਹੋਣਗੀਆਂ ਜਾਂ ਹੋਰ ਲੱਗ ਜਾਣਗੀਆਂ, ਫਿਰ ਰੂਸ ਦੀ ਸੁਰੱਖਿਆ ਦਾ ਕੀ ਹੋਏਗਾ? ਜੇ ਆਪਾਂ ਮੰਨ ਲਈਏ ਕਿ ਯੂਕਰੇਨ ਪਹਿਲਾਂ ਦੀ ਤਰ੍ਹਾਂ ਰੂਸ ਦਾ ਹਿੱਸਾ ਬਣ ਜਾਂਦਾ ਆ, ਬਾਰਡਰ ਜਿਹੜਾ ਆ ਉਹ ਯੂਕਰੇਨ ਤੋਂ ਚੁੱਕ ਕੇ ਰੋਮਾਨੀਆ ਤੇ ਦੂਜੇ ਦੇਸ਼ਾਂ ਨਾਲ ਜਾ ਲੱਗਦਾ ਆ, ਉਹ ਰਸ਼ੀਆ ਹੋ ਜਾਏਗਾ ਨਾ ਫਿਰ, ਤੇ ਫਿਰ ਉੱਥੇ ਤੇ ਪਹਿਲਾਂ ਹੀ ਮਿਜ਼ਾਈਲਾਂ ਬੀੜੀਆਂ ਨੇ, ਫਿਰ ਇਹ ਤਰਕ ਵੀ ਉਹਨਾਂ ਦਾ ਜਿਹੜਾ ਉਹ ਬੇਕਾਰ ਨਹੀਂ ਹੋ ਜਾਂਦਾ ਕਿ ਮੇਰੇ ਬਾਰਡਰ ਨੇੜੇ ਤੁਸੀਂ ਮਿਜ਼ਾਈਲਾਂ ਨਹੀਂ ਲਾ ਸਕਦੇ? ਤਰਕ ਤਾਂ ਵੈਸੇ ਹੀ ਜਿਹੜਾ ਬਹੁਤਾ ਨਹੀਂ ਹੈ ਇਹ, ਜਿਸ ਤਰ੍ਹਾਂ ਦੇ ਆਧੁਨਿਕ ਅਸੀਂ ਯੁੱਗ ਦੇ ਵਿੱਚ ਜੀ ਰਹੇ ਹਾਂ, ਜਿਸ ਤਰ੍ਹਾਂ ਦਾ ਸਾਡੇ ਕੋਲ ਕਹਿ ਲਓ ਦੁਨੀਆ ਭਰ ਦੇ ਵਿੱਚ ਹਥਿਆਰਾਂ ਦਾ ਫੈਲਾਅ ਆ, ਉਹ 'ਚ ਦੂਰੀ ਕੋਈ ਬਹੁਤ ਵੱਡੀ ਗੱਲ ਨਹੀਂ ਰਹੀ, ਦੂਰੀ ਕੋਈ ਬਹੁਤ ਅਹਿਮ ਤਰਕ ਨਹੀਂ ਹੈ। ਤੇ ਪਰ ਇਹ ਹੈ ਵੀ ਫਿਰ ਵੀ ਇੱਕ ਤਰਕ ਉਭਾਰ ਲਿਆ ਜਾਂਦਾ ਹੈ ਕਿ ਹਾਂ ਕਿੱਥੇ 1600 ਕਿਲੋਮੀਟਰ ਹੈ ਤੇ ਕਿੱਥੇ 650 ਕਿਲੋਮੀਟਰ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਆਪਣਾ ਵਿਸਥਾਰ ਕਰਦੇ ਹੋ ਤੇ ਫਿਰ ਉਹ ਵਿਸਥਾਰ ਕਰਦੇ ਜੇ ਚਲੇ ਜਾਂਦੇ ਹੋ ਤਾਂ ਫਿਰ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਨਵੇਂ ਸਿਰੋਂ ਵਾਪਰਿਆ ਕਰਦੀਆਂ। ਜਿਹੜੇ ਬਾਲਟਿਕ ਜਿਹੜੀਆਂ ਕੰਟਰੀਜ਼ ਹੈ ਉਹਦੇ ਚੋਂ ਦੇਖੋ 15 ਦੇ ਕਰੀਬ ਜਿਹੜੇ ਮੁਲਕ ਵੱਖਰੇ ਹੋਏ ਸੀ ਸੋਵੀਅਤ ਯੂਨੀਅਨ ਤੋਂ, ਉਹਦੇ ਚੋਂ 3 ਮੁਲਕ ਹੈ, ਮੈਨੂੰ ਹੁਣ ਇਹ ਜਾਣਕਾਰੀ ਨਹੀਂ ਹੈ, ਮੈਂ ਧਿਆਨ ਨਹੀਂ ਦਿੱਤਾ ਉਹ 3 ਮੁਲਕ ਕਿਹੜੇ ਆ ਜਿਹੜੇ ਨਾਟੋ ਦੇ ਮੈਂਬਰ ਆ, ਬਾਕੀ ਨਹੀਂ ਹੈ। ਯੂਕਰੇਨ ਵਰਗੇ ਮੁਲਕ ਬਾਕੀ ਨਾਟੋ ਦੇ ਮੈਂਬਰ ਬਣਨ ਦੀ ਕੋਸ਼ਿਸ਼ ਦੇ ਵਿੱਚ ਸੀਗੇ, ਪਰ ਇਸ ਹਮਲੇ ਤੋਂ ਬਾਅਦ ਜਿਹੜੇ ਬਾਕੀ ਮੁਲਕ ਵੀ ਕੋਸ਼ਿਸ਼ ਕਰਦੇ ਹੋਣਗੇ, ਉਹਨਾਂ ਨੂੰ ਸ਼ਾਇਦ ਜ਼ਰੂਰ ਇਹ ਹੋਊਗਾ ਕਿ ਸਾਡੇ ਨਾਲ ਵੀ ਇਹ ਵਾਪਰ ਸਕਦਾ ਹੈ। ਰੂਸ ਨੇ 2 ਮੁਲਕਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਇਨ ਫਿਊਚਰ ਵੀ ਜੇ ਇਸੇ ਤਰ੍ਹਾਂ ਰਿਹਾ ਤਾਂ ਫਿਰ ਇਨ ਫਿਊਚਰ ਅਸੀਂ ਸਵੀਡਨ ਤੇ ਇੱਕ ਮੁਲਕ ਹੋਰ ਸ਼ਾਇਦ ਉਹਨਾਂ ਨੇ ਮੈਂ ਭੁੱਲਦਾ ਕਿਹੜਾ ਮੁਲਕ ਹੈ, ਉਹਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਵੀ ਇਸ ਪਾਸੇ ਵੱਲ ਨੂੰ ਵਧਣ ਦੀ ਕੋਸ਼ਿਸ਼ ਨਾ ਕਰਨ। ਇੱਕ ਸਵੀਡਨ ਹੈ, ਇੱਕ ਕੋਈ ਹੋਰ ਮੁਲਕ ਹੈ, ਤੇ ਕੱਲ ਸ਼ਾਇਦ ਮੈਨੂੰ ਯਾਦ ਆਏਗਾ ਤਾਂ ਮੈਂ ਦੱਸੂਗਾ। ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਠੀਕ ਹੈ ਕਿ ਜੇ ਤੁਸੀਂ ਵਿਸਥਾਰਵਾਦੀ ਅਪਰੋਚ ਦੇ ਨਾਲ ਕਿਸੇ ਮੁਲਕ ਨੂੰ ਜਾਂ ਯੂਕਰੇਨ ਨੂੰ ਆਪਣੇ ਮੁਲਕ 'ਚ ਸ਼ਾਮਲ ਕਰ ਲੈਂਦੇ ਹੋ, ਉਹਨੂੰ ਰਸ਼ੀਆ ਦਾ ਹਿੱਸਾ ਬਣਾ ਲੈਂਦੇ ਹੋ, ਤੇ ਫਿਰ ਤਾਂ ਹੱਦਾਂ ਸਰਹੱਦਾਂ ਜਿਹੜੀਆਂ ਆ ਉਹਦੀਆਂ ਬਿਲਕੁਲ ਪ੍ਰਸਥਿਤੀਆਂ ਬਦਲ ਜਾਣਗੀਆਂ। ਫਿਰ ਤਾਂ ਤੁਸੀਂ ਆਪ ਨੇੜੇ ਜਾ ਰਹੇ ਹੋ। ਪਰ ਕੀ ਸੱਚ ਉਹ ਇਹ ਕਰਨਗੇ, ਸ਼ਾਮਲ ਕਰਨਗੇ ਜਾਂ ਮਾਸਕੋ ਤੋਂ ਸਰਕਾਰ ਚਲਾਉਣਗੇ? ਇਹ 2 ਗੱਲਾਂ ਆਪੋ ਵਿੱਚ ਹੀ ਹਲੇ ਭਿੜ ਰਹੀਆਂ। ਇਹ ਯੂਕਰੇਨ ਦੇ ਉੱਤੇ ਕਿਸ ਤਰੀਕੇ ਦੇ ਨਾਲ ਕਬਜ਼ਾ ਕਰ ਪਾਉਂਦਾ ਸੋਵੀਅਤ ਯੂਨੀਅਨ, ਰਸ਼ੀਆ, ਮੇਰੇ ਮੂੰਹ ਚੋਂ ਸੋਵੀਅਤ ਯੂਨੀਅਨ ਨਿਕਲ ਆਉਂਦਾ, ਤੇ ਰਸ਼ੀਆ ਕਿਵੇਂ ਇਹ ਸਾਰਾ ਕੁਝ ਕਰਦਾ ਹੈ, ਤੇ ਹਾਲੇ ਵੀ ਕੀ ਕੋਈ ਕਣ ਬਚਿਆ ਅਮਰੀਕਾ ਜਾਂ ਉਹਦੇ ਸਹਿਯੋਗੀ ਮੁਲਕਾਂ ਜਾਂ ਨਾਟੋ ਮੁਲਕਾਂ ਦੇ ਵਿੱਚ, ਜਾਂ ਯੂਕਰੇਨ ਦੇ ਰਾਸ਼ਟਰਪਤੀ ਕਿੰਨੀ ਕੁ ਦੇਰ ਹੋਰ ਮੁਕਾਬਲਾ ਕਰ ਪਾਉਂਦੇ ਆ? ਇਹਦੇ ਤੋਂ ਬਹੁਤਾ ਜਿਹੜਾ ਆ ਪਤਾ ਲੱਗੇਗਾ ਆਪਾਂ ਨੂੰ ਕਿ ਕਿਸ ਪਾਸੇ ਵੱਲ ਗੱਲ ਜਾਏਗੀ। ਜੀ ਦਸਾਂਝ ਸਾਹਿਬ, ਜਿਵੇਂ ਆਪਾਂ ਤੁਸੀਂ ਵੀ ਪੇਂਡੂ ਭਾਈਚਾਰੇ ਨਾਲ ਸੰਬੰਧਿਤ ਹੋ, ਆਪਾਂ ਸਾਰੇ ਸਾਡੀ ਬੈਕਗ੍ਰਾਉਂਡ ਪੇਂਡੂ ਆ, ਤੇ ਆਪਾਂ ਦੇਖਦੇ ਆਉਂਦੇ ਆ ਕਿ ਜਿਹੜਾ ਪਰਿਵਾਰ ਆਰਥਿਕ ਤੌਰ ਤੇ ਟੁੱਟ ਜਾਂਦਾ ਹੈ, ਚਾਹੇ ਉਹ ਕਿਸੇ ਵੱਡੀ ਬਿਮਾਰੀ ਕਰਕੇ ਜਾਂ ਕਿਸੇ ਮੁਕੱਦਮੇ ਕਰਕੇ, ਲੜਾਈ ਝਗੜੇ ਕਰਕੇ, ਤੇ ਜਿਹੜੇ ਥੋੜੇ ਸਹਿੰਦੇ ਪਰਿਵਾਰ ਹੁੰਦੇ ਆ ਜਾਂ ਸ਼ਾਹੂਕਾਰ ਟਾਈਪ ਹੁੰਦੇ ਆ ਜਾਂ ਪਿੰਡ ਦਾ ਚੌਧਰੀ ਹੁੰਦੇ ਆ, ਜ਼ਗੀਰਦਾਰ ਹੁੰਦੇ, ਜਿਹੜੇ ਆਰਥਿਕ ਪੱਖੋਂ ਤਕੜੇ ਹੁੰਦੇ ਆ, ਉਹ ਹੌਲੀ ਹੌਲੀ ਕਰਕੇ ਉਸ ਪਰਿਵਾਰ ਦੀ ਜਾਇਦਾਦ ਖਰੀਦਣੀ ਸ਼ੁਰੂ ਕਰ ਦਿੰਦੇ ਇਸ ਢੰਗ ਨਾਲ ਕਿ ਪਹਿਲਾਂ ਉਹਨਾਂ ਨੂੰ ਕਰਜ਼ੇ ਦੇਈ ਜਾਂਦੇ ਆ, ਪੈਸੇ ਦੇਈ ਜਾਂਦੇ ਆ, ਤੇ ਫਿਰ ਉਹਨਾਂ ਕੋਲ ਮੁੜਦੇ ਨਹੀਂ, ਤੇ ਫਿਰ ਪਹਿਲਾਂ ਪੈਲੀ ਗਹਿਣੇ ਹੁੰਦੀ ਆ, ਤੇ ਫਿਰ 5-7 ਸਾਲਾਂ 'ਚ ਉਹ ਬੈ ਹੋ ਜਾਂਦੀ ਆ। ਇਹੋ ਜਿਹੀ ਅਵਸਥਾ ਹੀ ਮੈਨੂੰ ਲੱਗਦੀ ਯੂਕਰੇਨ ਦੀ ਬਣ ਰਹੀ ਆ। ਆਪਾਂ ਸਾਰੇ ਜਾਣਦੇ ਆ ਕਿ ਵਰਲਡ ਬੈਂਕ ਜਿਹੜਾ ਉਹਦੇ 'ਚ ਇਜਾਰੇਦਾਰੀ ਜਿਹੜੀ ਆ ਉਹ ਅਮਰੀਕਾ ਦੀ ਆ, ਤੇ ਅੱਜ ਇੱਕ ਖਬਰ ਆਈ ਆ ਕਿ ਜਿਹੜਾ ਵਿਸ਼ਵ ਬੈਂਕ ਹੈ ਉਹਨੇ ਯੂਕਰੇਨ ਦੀ ਮਦਦ ਲਈ ਹੱਥ ਵਧਾਇਆ ਤੇ 72.3 ਕਰੋੜ ਦਾ ਕਰਜ਼ਾ ਦੇਣ ਦੀ ਮਨਜ਼ੂਰੀ ਦੇ ਦਿੱਤੀ ਆ। ਹੁਣ ਇਹ ਕਰਜ਼ਾ ਜਿਹੜਾ ਦੇਦੇ ਆ ਮੁਲਕ, ਵਿਸ਼ਵ ਬੈਂਕ ਹੋਇਆ, IMF ਹੋਇਆ, ਇਹਨਾਂ ਦੀਆਂ ਸ਼ਰਤਾਂ ਵੀ ਸਾਨੂੰ ਪਤਾ ਆ। ਜਦੋਂ
ਤੇ ਸੁੱਖ ਸ਼ਾਂਤੀ ਨਾਲ ਵੀ ਉਹਨਾਂ ਕੋਲ ਕੋਈ ਲੈਂਦਾ ਆ ਕਰਜ਼ਾ ਤੇ ਉਹਨਾਂ ਦੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਕਿ ਤੁਸੀਂ ਸਬਸਿਡੀਆਂ ਨਹੀਂ ਦਿਓਗੇ, ਤੁਸੀਂ ਇਹਨੂੰ ਐਗਰੀਕਲਚਰ ਤੇ ਨਹੀਂ ਖਰਚੋਗੇ, ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ। ਤੇ ਜਿਹੜਾ ਮੁਲਕ ਫਸਿਆ ਹੋਇਆ ਯੂਕਰੇਨ ਵਰਗਾ ਇਸ ਵੇਲੇ, ਜਿੱਦਾਂ ਮੈਂ ਕਿਹਾ, ਬਿਮਾਰੀ 'ਚ ਗਰਸਿਆ ਪਰਿਵਾਰ ਜਾਂ ਕਿਸੇ ਮੁਕੱਦਮੇ 'ਚ ਫਸਿਆ ਪਰਿਵਾਰ ਜਿਹੜਾ ਆ, ਉਹਨੂੰ ਉਹਦੇ ਤੇ ਅੱਖ ਹੁੰਦੀ ਆ ਸਾਰਿਆਂ ਦੀ ਕਿ ਇਹਨੂੰ ਅਸੀਂ ਕਿੱਦਾਂ ਹੁਣ ਇਹਦੀ ਇਹ ਪ੍ਰਾਪਰਟੀ, ਇਹਦੀ ਜਾਇਦਾਦ ਆਪਾਂ ਨੂੰ ਹੜੱਪਣੀ ਆ, ਪਿੰਡਾਂ ਤੋਂ ਹੀ ਸ਼ੁਰੂ ਕਰ ਲਈਏ, ਇਦਾਂ ਚੱਲਦਾ ਹੈ। ਤੇ ਯੂਕਰੇਨ ਦੀ ਅਵਸਥਾ ਤੁਹਾਨੂੰ ਉਹੋ ਜਿਹੀ ਨਹੀਂ ਲੱਗ ਰਹੀ ਹੁਣ ਕਿਤੇ ਨਾ ਕਿਤੇ? ਦੇਖੋ, ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਵਰਲਡ ਬੈਂਕ ਨੇ ਇਸੇ ਤਰ੍ਹਾਂ ਜਿਹੜਾ ਕਬਜ਼ਾ ਕੀਤਾ ਹੈ, ਉਹਨਾਂ ਦੀ ਇਕਨੋਮੀ ਨੂੰ ਆਪਣੇ ਕੰਟਰੋਲ 'ਚ ਕੀਤਾ ਹੈ। ਭਾਰਤ ਵਰਗੇ ਮੁਲਕਾਂ ਨੂੰ ਵੀ, ਭਾਰਤ ਵਰਗੇ ਮੁਲਕ ਵੀ ਜਿਹੜੇ ਆ ਉਹਨਾਂ ਦਾ ਵਾਲ-ਵਾਲ ਕਰਜ਼ੇ ਦੇ ਵਿੱਚ ਹੈ। ਅਸੀਂ ਆਪਣੇ ਕਰਜ਼ਾ ਜਿਹੜਾ ਸਾਡਾ ਹੈਗਾ, ਉਹ ਕਰਜ਼ੇ ਦਾ ਵਿਆਜ ਲਾਉਣ ਲਈ ਹੋਰ ਕਰਜ਼ਾ ਲੈਂਦੇ ਆ। ਤੇ ਯੂਕਰੇਨ ਵਰਗੇ ਮੁਲਕਾਂ ਨੂੰ ਵੀ ਉਹਨੂੰ ਲਾਜ਼ਮੀ ਤੌਰ ਤੇ ਉਹ ਇਸ ਸਾਰੀ ਜਿਹੜੀ ਕਹਿ ਲਓ ਸਥਿਤੀ ਨੂੰ ਆਪਣੇ ਹੱਕ ਵਿੱਚ ਭੁਗਤਾਉਂਦਾ ਹੈ ਤੇ ਕਰਜ਼ੇ ਦਿੰਦਾ ਹੈ। ਕਰਜ਼ੇ ਕੋਈ ਵੀ ਵਪਾਰੀ ਜਿਹੜਾ, ਤੁਸੀਂ ਬਿਲਕੁਲ ਮਿਸਾਲ ਜਿਹੜੀ ਬੜੀ ਵਧੀਆ ਦਿੱਤੀ ਪੇਂਡੂ ਪਿਛੋਕੜ ਹੋਣ ਕਰਕੇ, ਵੀ ਇੱਕ ਸਧਾਰਨ ਪਰਿਵਾਰ ਜਿਹੜਾ ਕਿਵੇਂ ਆਪਣਾ ਸਾਰਾ ਕੁਝ ਆਰਥਿਕ ਸਰੋਤ ਹੌਲੀ-ਹੌਲੀ ਜਿਹੜੇ ਆ ਉਹ ਵੱਡੇ ਲੋਕਾਂ ਤੱਕ ਜਿਹੜਾ ਉਹਨਾਂ ਨੂੰ ਸਰੈਂਡਰ ਕਰਦਾ ਚਲਿਆ ਜਾਂਦਾ ਮਜਬੂਰੀ ਦੇ ਵਿੱਚ। ਇਹੀ ਤਰੀਕਾ ਜਿਹੜਾ ਆ ਉਹ ਸੰਸਾਰ ਦੇ ਜਿਹੜੇ ਵਪਾਰੀ ਆ ਉਹੀ ਅਪਣਾਉਂਦੇ ਆ, ਸ਼ਾਹੂਕਾਰ ਕਿਹਾ ਜਾ ਸਕਦੇ ਆ। ਵਰਲਡ ਬੈਂਕ ਜਿਹੜਾ ਆ ਉਹ ਠੀਕ ਆ ਕਿ ਅਮਰੀਕਾ, ਲੱਗਦਾ ਆਪਾਂ ਨੂੰ ਵੀ ਅਮਰੀਕਾ ਉਹਦੇ ਪਿੱਛੇ ਆ, ਪਰ ਅਮਰੀਕਾ ਖੁਦ ਵਰਲਡ ਬੈਂਕ ਦਾ ਕਰਜ਼ਈ ਹੈ। ਵਰਲਡ ਬੈਂਕ ਅਮਰੀਕਾ ਦਾ ਨਹੀਂ ਆ। ਵਰਲਡ ਬੈਂਕ ਕੁਝ ਜਿਹੜੇ ਸਾਰੀ ਦੁਨੀਆ ਦੇ ਉੱਤੇ ਜਿਹੜੇ ਕਬਜ਼ਾ ਕਰਕੇ ਬੈਠੇ ਧਨ ਕੁਬੇਰ ਹੈ, ਕੋਈ 12-14 ਟੱਬਰ ਜਿਹੜੇ ਆ, ਉਹਨਾਂ ਦਾ ਵਰਲਡ ਬੈਂਕ ਹੈ। ਉਹਨਾਂ ਦੇ ਜਿਹੜੇ ਉਹ ਸਾਰੇ ਬਾਕੀ ਜਿਹੜੇ ਸੰਗਠਨ ਹੈ ਜਿਹਨੇ ਸਾਰੀ ਦੁਨੀਆ ਦੇ ਆਰਥਿਕ ਜਿਹੜੇ ਸਰੋਤ ਹੈ ਉਹਨਾਂ ਤੇ ਕਬਜ਼ਾ ਕੀਤਾ ਹੋਇਆ ਹੈ, ਤੇ ਉਹਨਾਂ ਦੀ ਡੋਰ ਹਿਲਦੀ ਹੈ ਤੇ ਸਾਰਾ ਕੁਝ ਵਾਪਰਦਾ ਹੈ। ਤੇ ਅਮਰੀਕਾ ਬਹੁਤ, ਸ਼ਾਇਦ ਮੇਰੇ ਖਿਆਲ, ਮੈਂ ਅੰਕੜੇ ਕਿਸੇ ਦਿਨ ਕੱਢ ਕੇ ਦੇਖਦਾ ਜਾਂ ਤੁਸੀਂ ਵੀ ਚੈੱਕ ਕਰਿਓ, ਮਤਲਬ ਜਿਹੜੇ ਕਰਜ਼ਈ ਮੁਲਕ ਹੈ ਉਹਨਾਂ 'ਚ ਸਭ ਤੋਂ ਜ਼ਿਆਦਾ ਕਰਜ਼ਾ ਵੀ ਅਮਰੀਕਾ ਦੇ ਉੱਤੇ ਹੈ। ਇੱਦਾਂ ਦੀ ਸਥਿਤੀ ਵੀ ਹੈ। ਤੇ ਇਹ ਵੀ ਦੇਖਣਾ ਪਏਗਾ ਆਪਾਂ ਨੂੰ ਵੀ ਇਹਨਾਂ ਦੇ ਪਿੱਛੇ ਜਿਹੜੇ ਕਿਹੜੇ ਲੋਕ ਨੇ, ਕੀ ਕਰਦੇ ਨੇ, ਕਿਵੇਂ ਕਰਦੇ ਨੇ। ਬੜੇ ਬਾਰੀਕ ਕਹਿ ਲਓ ਵੀ ਤੰਦਾਂ ਇਹਦੀਆਂ ਹੈਗੀਆਂ ਜਿਹੜੀਆਂ ਸੱਚਮੁੱਚ ਨਹੀਂ ਦਿਖਾਈ ਦਿੰਦੀਆਂ। ਕਈ ਵਾਰੀ ਇਹ ਹੁੰਦਾ ਕਿ ਜਦੋਂ ਕੋਈ ਸ਼ੂਟਿੰਗ ਹੁੰਦੀ ਹੈ ਫਿਲਮ ਦੀ, ਤੇ ਫਿਲਮ ਦੇ ਵਿੱਚ ਜਿਹੜੇ ਉਹ ਕਲਾਕਾਰ, ਅਦਾਕਾਰ, ਜਿਹੜੇ ਹੀਰੋ ਉੱਡ ਉੱਡ ਕੇ ਜਿਹੜਾ ਕਹਿ ਲਓ ਇੱਕ ਦੂਜੇ ਦੇ ਉੱਤੇ ਹਮਲਾ ਕਰਦੇ ਆ, ਪਤਾ ਨਹੀਂ ਕਿੰਨੀਆਂ ਉੱਚੀਆਂ ਛਾਲਾਂ ਮਾਰ ਜਾਂਦੇ ਆ। ਤੇ ਉਹ ਜਦੋਂ ਉਹਦੀ ਸ਼ੂਟਿੰਗ ਹੁੰਦੀ ਹੈ ਤੇ ਉਹ ਸ਼ੂਟਿੰਗ ਦੇ ਵਿੱਚ ਬਕਾਇਦਾ ਉਹਨਾਂ ਦੇ ਸਿਕਿਉਰਿਟੀ ਇੰਤਜ਼ਾਮ ਹੁੰਦੇ ਆ, ਉਹਨਾਂ ਦੇ ਪਿੱਛੇ ਉਹ ਤਾਰਾਂ ਪਾਈਆਂ ਹੁੰਦੀਆਂ ਤੇ ਉਹਨੂੰ, ਪਰ ਜਦੋਂ ਉਹਨੂੰ ਪਰਦੇ ਤੇ ਦਿਖਾਇਆ ਜਾਂਦਾ ਤੇ ਉਹ ਜਿਹੜੀਆਂ ਤਾਰਾਂ ਪਿੱਛੇ ਪਈਆਂ ਹੁੰਦੀਆਂ ਜਾਂ ਸਿਕਿਉਰਿਟੀ ਦੇ ਟੋਟਲ ਜਿਹੜੇ ਹੁੰਦੇ ਆ ਜਿਹੜੇ ਪ੍ਰਬੰਧ, ਉਹ ਸਾਰੇ ਜਿਹੜੇ ਆ ਗਾਇਬ ਕਰ ਦਿੱਤੇ ਜਾਂਦੇ ਆ ਤੇ ਹੀਰੋ ਜਿਹੜਾ ਹਵਾ 'ਚ ਉੱਡਦਾ ਹੋਇਆ ਦਿਖਾਈ ਦਿੰਦਾ। ਇਹ ਜਿਹੜੇ ਕੁਝ ਬਾਰੀਕ ਕਿਸਮ ਦੀਆਂ ਤੰਦਾਂ ਜਿਹੜੀਆਂ ਉਹ ਆਪਾਂ ਨੂੰ ਦਿਖਾਈ ਇਸ ਕਰਕੇ ਨਹੀਂ ਦਿੰਦੀਆਂ ਕਿ ਇਹਦੇ ਪਿੱਛੇ ਬਹੁਤ ਵੱਡੇ ਛਾਤਰ ਜਿਹੜੇ ਲੋਕ ਬੈਠੇ ਆ, ਅੱਜ ਤੋਂ ਨਹੀਂ ਪਿਛਲੇ ਲੰਮੇ ਸਮੇਂ ਤੋਂ, ਜਿਨ੍ਹਾਂ ਨੇ ਦੁਨੀਆ ਨੂੰ ਆਪਣੇ ਤਰੀਕੇ ਦੇ ਨਾਲ ਚਲਾਇਆ। ਉਹੀ ਇਹ ਤੈਅ ਕਰਦੇ ਆ ਕਿ ਅਮਰੀਕਾ ਦਾ ਰਾਸ਼ਟਰਪਤੀ ਕੌਣ ਹੋਏਗਾ, ਉਹੀ ਤੈਅ ਕਰਦੇ ਆ ਕਿ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਹੋਏਗਾ। ਜੀ ਦਸਾਂਝ ਸਾਹਿਬ, ਇੱਕ ਖਬਰ ਹੋਰ ਨਿੱਕੀ ਜੀ ਕਰ ਲਈਏ ਚਾਈਨਾ ਭਾਰਤ ਨਾਲ ਸੰਬੰਧਿਤ, ਤੇ ਫਿਰ ਆਪਾਂ ਬ੍ਰੇਕ ਤੇ ਜਾਵਾਂਗੇ। ਉਹ ਖਬਰ ਇਹ ਆ ਕਿ ਲਦਾਖ 'ਚ ਜਿੱਥੇ ਤਣਾਅ ਬਣਿਆ ਹੋਇਆ ਪਿਛਲੇ ਕਈ ਸਾਲਾਂ ਤੋਂ ਭਾਰਤ ਦਾ ਤੇ ਚਾਈਨਾ ਦਾ, ਤੇ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਰਹੀਆਂ ਨੇ, ਪੈਂਟਾਗਨ ਦੇ ਹਵਾਲੇ ਨਾਲ ਵੀ ਖਬਰਾਂ ਆਉਂਦੀਆਂ ਰਹੀਆਂ ਕਿ ਕਾਫੀ ਸਾਰੀ ਘੁਸਪੈਠ ਜਿਹੜੀ ਆ ਉਹ ਚਾਈਨਾ ਕਰ ਚੁੱਕਾ, ਜਿਹੜੀ ਸਾਡੀ ਸਰਕਾਰ ਉਹਨੂੰ ਛੁਪਾਉਂਦੀ ਰਹੀ ਆ, ਤੇ ਅੰਦਰ ਖਾਤੇ ਗੱਲ ਵੀ ਚੱਲਦੀ ਰਹਿੰਦੀ ਆ। ਤੇ ਕਿਉਂਕਿ ਉਹੀ ਗੱਲ ਹੈ ਜਿੱਦਾਂ ਰਸ਼ੀਆ ਯੂਕਰੇਨ ਵਾਲਾ ਮਸਲਾ ਆ, ਇਦਾਂ ਦਾ ਹੀ ਮਸਲਾ ਸਾਡਾ ਆ ਕਿ ਸਾਡੇ ਗੁਆਂਢ 'ਚ ਇੱਕ ਬਹੁਤ ਸ਼ਕਤੀਸ਼ਾਲੀ ਆਰਥਿਕ ਤੌਰ ਤੇ ਇਸ ਵੇਲੇ ਦੈਤ ਕੱਦ ਮੁਲਕ ਹੈ, ਜਿਹੜਾ ਸਾਇੰਟਿਫਿਕ ਤੌਰ ਤੇ ਵੀ ਸਾਡੇ ਨਾਲੋਂ ਅੱਗੇ ਆ, ਫੌਜੀ ਸ਼ਕਤੀ ਦੇ ਤੌਰ ਤੇ ਵੀ ਅੱਗੇ ਆ, ਤੇ ਪੈਸੇ ਧੇਲੇ ਵੱਲੋਂ ਵੀ ਅਮੀਰ ਹੈ, ਤਕੜਾ ਹੈ, ਤੇ ਉਹਦਾ ਮੁਕਾਬਲਾ ਕਰਨ ਦੇ ਅਸੀਂ ਸਮਰੱਥ ਨਹੀਂ ਆ ਭਾਰਤ ਵਾਲੇ। ਤੇ ਆਪਾਂ ਇਸ ਗੱਲ ਨੂੰ ਛੁਪਾਉਂਦੇ ਜ਼ਰੂਰ ਰਹਿੰਦੇ ਆ ਕਿ ਕੁਛ ਨਹੀਂ ਜੀ, ਸਾਡੇ ਕੁਛ ਨਹੀਂ ਹੋਇਆ, ਜਦੋਂ ਬਾਹਰ ਦੀਆਂ ਏਜੰਸੀਆਂ ਰਿਪੋਰਟ ਕਰਦੀਆਂ ਨੇ ਕਿ ਕਾਫੀ ਸਾਰੇ ਪੱਕੇ ਘਰ, ਪਿੰਡ ਟਾਈਪ, ਸ਼ਹਿਰ ਟਾਈਪ ਚਾਈਨਾ ਜ਼ਬਰਦਸਤੀ ਵਸਾ ਰਿਹਾ ਭਾਰਤ 'ਚ। ਤੇ ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਆਉਣ ਵਾਲਾ ਸ਼ੁੱਕਰਵਾਰ ਆ 15ਵੇਂ ਦੌਰ ਦੀ ਗੱਲਬਾਤ ਜਿਹੜੀ ਆ ਇਹਨਾਂ ਮਸਲਿਆਂ ਨੂੰ ਸੁਲਝਾਉਣ ਲਈ ਹੋਏਗੀ। ਇੱਕ ਜਿਹੜੀ ਇਹ ਗੱਲਬਾਤ ਹੈ ਇਹ ਰਾਜਨੀਤਿਕ ਪੱਧਰ ਤੇ ਹੋ ਨਹੀਂ ਰਹੀ, ਮੈਨੂੰ ਲੱਗਦਾ ਫੌਜੀ ਪੱਧਰ ਤੇ ਹੀ ਇਹ ਗੱਲਬਾਤ ਹੋ ਰਹੀ ਹੈ। ਜਿਹੜੇ ਉੱਥੋਂ ਦੇ ਕਮਾਂਡਰ ਨੇ ਉਹ ਕਰਦੇ ਨੇ ਕਿ ਜਿਹੜੇ ਫੌਜੀ ਅਫਸਰ ਹੁੰਦੇ ਆ ਉਹ ਯੁੱਧ ਨੀਤੀ ਤੇ ਘੜ ਸਕਦੇ ਆ, ਰਾਜਨੀਤਿਕ ਪੈਂਤੜੇਬਾਜ਼ੀ ਕੇ ਜਿੱਦਾਂ ਇਹ ਚੀਜ਼ਾਂ ਉਹਨਾਂ ਕੋਲ ਜਗ੍ਹਾ ਖਾਲੀ ਕਰਾਉਣੀ ਜਾਂ ਕੁਝ ਕਰਨਾ, ਉਹਦੇ ਵੀ ਸਮਰੱਥ ਹੁੰਦੇ ਆ। ਇਹਦਾ ਕੋਈ ਫਰੂਟਫੁਲ
ਨਤੀਜਾ ਨਿਕਲ ਸਕਦਾ ਹੈ ਜਾਂ ਸਿਰਫ ਇੱਕ ਗੱਲਬਾਤ ਚੱਲ ਰਹੀ ਦਿਖਾਈ ਜਾ ਰਹੀ ਹੈ? ਦੇਖੋ, ਜਿੱਥੋਂ ਤੱਕ ਤਾਂ ਭਾਰਤ ਤੇ ਚਾਈਨਾ ਦਾ ਮੁਕਾਬਲਾ ਹੈ, ਜੇ ਉਹਦੇ 'ਚ ਭਾਰਤ ਵੈਸੇ ਫੌਜੀ ਸ਼ਕਤੀ ਦੇ ਮਾਮਲੇ ਦੇ ਵਿੱਚ ਵੀ ਜਾਂ ਬਾਕੀ ਆਰਥਿਕ ਮਾਮਲਿਆਂ ਦੇ ਵਿੱਚ ਵੀ ਭਾਰਤ ਮੁਕਾਬਲੇ 'ਚ ਨਹੀਂ ਹੈ ਚੀਨ ਦੇ। ਇਸੇ ਕਰਕੇ ਪਾਕਿਸਤਾਨ ਦੇ ਮੁਕਾਬਲੇ ਚੀਨ ਦੇ ਨਾਲ ਭਾਰਤ ਦਾ ਜਿਹੜਾ ਜਿਹੜਾ ਜਿਸ ਕਿਸਮ ਦਾ ਝਗੜੇ ਜਿਹੜੇ ਆ ਉਹ ਹੋਰ ਤਰ੍ਹਾਂ ਦਾ ਬਿਹੇਵ ਭਾਰਤ ਦਾ ਰਹਿੰਦਾ ਹੈ। ਮਤਲਬ ਅਸੀਂ ਹਮੇਸ਼ਾ ਟਾਰਗੇਟ ਤੇ ਪਾਕਿਸਤਾਨ ਨੂੰ ਰੱਖਦੇ ਹਾਂ ਨਿੱਕੀ ਨਿੱਕੀ ਗੱਲ ਵਾਸਤੇ, ਕਿਉਂਕਿ ਕਮਜ਼ੋਰ ਨੂੰ ਜ਼ਿਆਦਾ ਟਾਰਗੇਟ ਤੁਸੀਂ ਕਰ ਸਕਦੇ ਹੋ। ਤੁਹਾਡੇ ਤੋਂ ਤਾਕਤਵਰ ਜਿਹੜਾ ਹੈਗਾ ਉਹਦੇ ਵਾਸਤੇ ਫਿਰ ਤੁਸੀਂ ਚੁੱਪ ਵੱਟ ਲੈਂਦੇ ਹੋ। ਤੇ ਜਿੱਥੋਂ ਤੱਕ ਮੁਕਾਬਲੇ ਦੀ ਗੱਲ ਕਰਨੀ ਹੋਵੇ, ਸਾਡੇ ਜਿਹੜੇ ਲੀਡਰ ਹੈ, ਸਾਡੇ ਹਾਕਮ ਹੈ, ਉਹ ਬੜੇ ਦਾਅਵੇ ਦੂਵੇ ਕਰਦੇ ਰਹਿੰਦੇ ਆ, ਪਰ ਰਿਐਲਿਟੀ ਇਹ ਹੈ ਕਿ ਜੇ ਅਸੀਂ ਆਰਥਿਕ ਪੱਧਰ ਦੇ ਉੱਤੇ ਦੇਖਣਾ ਹੋਵੇ ਜਾਂ ਫੌਜੀ ਪੱਧਰ ਤੇ ਦੇਖਣਾ ਹੋਵੇ ਤਾਂ ਸਾਡਾ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ। ਤੇ ਜਿਵੇਂ ਪਰਮਾਣੂ ਹਥਿਆਰਾਂ ਦਾ ਮਾਮਲਾ ਵੀ ਹੈ ਤੇ ਛੋਟਾ ਹੈ ਵੀ ਸਾਡੇ ਕੋਲ ਜਿਹੜੇ ਪਰਮਾਣੂ ਹਥਿਆਰ ਆ ਉਹ 150 ਆ, ਚਾਈਨਾ ਦੇ ਕੋਲ 4000 ਦੇ ਨੇੜੇ ਤੇੜੇ ਆ। ਕੀ ਮੁਕਾਬਲਾ ਸਾਡਾ? ਫੌਜ ਦੀ ਜਿਹੜੀ ਨਫਰੀ ਆ ਉਹਦਾ ਵੀ ਸਾਡਾ ਕੋਈ ਮੁਕਾਬਲਾ ਨਹੀਂ। ਪਰਮਾਣੂ ਹਥਿਆਰਾਂ ਦੇ ਮਾਮਲੇ 'ਚ ਤਾਂ ਪਾਕਿਸਤਾਨ ਵੀ ਸਾਡੇ ਤੋਂ ਅੱਗੇ ਹੈ। ਸਾਡੇ ਕੋਲ 150 ਪਰਮਾਣੂ ਹਥਿਆਰ ਹੈ, ਪਾਕਿਸਤਾਨ ਕੋਲ 350 ਆ। ਤੇ ਅਲਟੀਮੇਟਲੀ ਇਹ ਤਾਂ ਗੱਲਾਂ ਇਸ ਕਿਸਮ ਦੀਆਂ ਕਿ ਅਸੀਂ ਦਾਅਵੇ ਬਹੁਤ ਕਰ ਦਿੰਦੇ ਆ। ਅਸੀਂ ਕਹਿ ਲਓ ਵੀ ਬਹੁਤ ਜ਼ਿਆਦਾ ਗੱਲਾਂ ਜਿਹੜੀਆਂ ਸੋ ਕਾਲਡ ਰਾਸ਼ਟਰ ਭਗਤੀ ਦੀਆਂ ਜਾਂ ਰਾਸ਼ਟਰਵਾਦ ਦੀਆਂ ਕਰਦੇ ਆ, ਤੇ ਲੱਗਦਾ ਹੈ ਕਿ ਅਸੀਂ ਦੁਨੀਆ ਦੇ ਸਭ ਤੋਂ ਮਤਲਬ ਮਹਾਨ ਮੁਲਕ ਦੇ ਵਿੱਚ ਸ਼ਾਮਲ ਹੈ। ਏਦਾਂ ਦਾ ਅਹਿਸਾਸ ਜਿਹੜਾ ਆ ਸਧਾਰਨ ਜਿਹੜਾ ਵਿਅਕਤੀ ਹੈ ਉਹਨੂੰ ਕਰਾ ਕੇ ਜਿਹੜਾ ਵੋਟਾਂ ਦੇ ਵਿੱਚ ਉਹਦੀ ਭਾਵਨਾ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਰਹਿੰਦੀ ਹੈ ਭਾਰਤ ਦੇ ਲੀਡਰਾਂ ਵੱਲੋਂ। ਪਰ ਜਿਹੜੀ ਤੁਸੀਂ ਗੱਲਬਾਤ ਦੀ ਗੱਲ ਕੀਤੀ ਹੈ ਉਹ ਫੌਜੀ ਪੱਧਰ ਦੀ ਗੱਲਬਾਤ ਹੀ ਹੈ, ਤੇ ਉਹਦੇ ਨਾਲ ਕੀ ਹੋ ਸਕਦਾ? ਵੱਧ ਤੋਂ ਵੱਧ ਇਹੀ ਹੈ ਕਿ ਜਿਹੜਾ ਕਈ ਵਾਰੀ ਤਣਾਅ ਬਣ ਜਾਂਦਾ ਆ, ਸਰਹੱਦਾਂ ਦੇ ਉੱਤੇ ਧੱਕਮ ਧੁੱਕਾ ਹੁੰਦੀ ਹੈ ਜਿਹੜੀ ਦੋਵਾਂ ਪਾਸਿਆਂ ਵੱਲੋਂ, ਉਹਨੂੰ ਸ਼ਾਇਦ ਕਿਤੇ ਨਾ ਕਿਤੇ ਕੰਟਰੋਲ ਕਰਨ ਦੀ ਗੱਲ ਹੋ ਸਕਦੀ ਹੈ। ਵੀ ਆਪਾਂ ਚਾਹੇ ਜਿਵੇਂ ਆ ਉਵੇਂ ਚੱਲ ਰਿਹਾ, ਇਹਨੂੰ ਹਾਲੇ ਆਪਾਂ ਤਾਂ ਨਹੀਂ ਬਦਲ ਸਕਦੇ। ਬਦਲਣਾ ਤਾਂ ਪੋਲੀਟੀਕਲ ਡਿਪਲੋਮੇਸੀ ਨੇ ਆ ਸਾਰਾ ਕੁਝ। ਵੀ ਆ ਵੀ ਘੱਟੋ ਘੱਟ ਆਪਾਂ ਬਾਰਡਰਸ ਦੇ ਉੱਤੇ ਜਿਹੜਾ ਆ ਕਿਸੇ ਕਿਸਮ ਦਾ ਹਿਚਕਚਾ ਏਦਾਂ ਦਾ ਨਾ ਹੋਵੇ, ਇੱਕ ਦੂਜੇ ਦੇ ਨਾਲ ਨਾ ਭਿੜੀਏ। ਸ਼ਾਇਦ ਇਹੀ ਗੱਲ ਹੋ ਸਕਦੀ ਹੈ। ਬਾਕੀ ਜਿਹੜੀਆਂ ਸਥਿਤੀਆਂ ਆ ਉਹਨੂੰ ਠੀਕ ਕਰਨ ਦਾ ਜਿਹੜਾ ਸਾਰਾ ਜਿਹੜਾ ਜ਼ਿੰਮਾ ਆ ਉਹ ਪੋਲੀਟੀਕਲ ਡਿਪਲੋਮੇਸੀ ਤੇ ਹੈ, ਨਾ ਕਿ ਕੋਈ ਫੌਜੀ ਜਿਹੜੇ ਬੈਠ ਕੇ ਜਿਹੜੇ ਅਧਿਕਾਰੀ ਪੱਧਰ ਦੇ ਉੱਤੇ ਜਿਹੜੇ ਡਾਇਲੋਗ ਕਰਦੇ ਆ। ਜਿਹੜੀ 15ਵੇਂ ਦੌਰ ਦੀ ਗੱਲਬਾਤ ਹੈ ਉਹਦੇ ਚ ਇੰਨਾ ਕੁਛ ਨਿਕਲਣ ਵਾਲਾ ਨਹੀਂ ਹੈ ਜੀ। ਦਸਾਂਝ ਸਾਹਿਬ, ਇੱਕ ਬ੍ਰੇਕ ਲੈ ਲੈਂਦੇ ਆ ਤੇ ਫਿਰ ਪੰਜਾਬ ਦੀਆਂ ਤੇ ਐਗਜ਼ਿਟ ਪੋਲ ਨੂੰ ਲੈ ਕੇ ਜਿਹੜੀਆਂ ਚੱਲ ਰਹੀਆਂ ਚਰਚਾਵਾਂ ਉੱਤੇ ਥੋੜੀ ਜਿਹੀ ਗੱਲ ਕਰਾਂਗੇ। ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਆ, ਅਸੀਂ 1 ਮਿੰਟ ਦੇ ਵਿੱਚ ਹੀ ਵਾਪਸ ਆ ਜਾਣਾ, ਕੋਈ ਲੰਬਾ ਬ੍ਰੇਕ ਨਹੀਂ ਲੈਣਾ। ਤੇ ਬ੍ਰੇਕ ਤੋਂ ਬਾਅਦ ਦੁਬਾਰਾ ਅਸੀਂ ਪੰਜਾਬ ਤੇ ਭਾਰਤ ਦੀ ਇਲੈਕਸ਼ਨ ਦੇ ਉੱਤੇ ਥੋੜੀ ਗੱਲਬਾਤ ਜਿਹੜੀ ਆ ਉਹਦੀ ਅਪਡੇਟ ਜਿਹੜੀ ਆ ਉਹ ਦਸਾਂਝ ਸਾਹਿਬ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ।